ਕੀ ਤਲਾਕ ਕਿਸੇ ਸਮੱਸਿਆ ਦਾ ਹੱਲ ਹੈ? ਭਾਈ ਮਲਕੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੁੱਛਿਆ ਕਿ ਕੀ ਤਲਾਕ ਕਿਸੇ ਸਮੱਸਿਆ ਦਾ ਹੱਲ ਹੈ। ਤਲਾਕ ਵਰਡ ਜਿਹੜਾ ਹੈਗਾ ਇਹ ਸਾਡਾ ਵਰਡ ਹੀ ਨਹੀਂ ਹੈਗਾ। ਗੁਰਬਾਣੀ 'ਚ ਕਿਤੇ ਵੀ ਇਹਦਾ ਜ਼ਿਕਰ ਨਹੀਂ ਹੈਗਾ ਤਲਾਕ ਦਾ। ਦੂਜੇ ਨੰਬਰ 'ਤੇ ਸਾਡੀ ਮਰਿਆਦਾ ਵਿੱਚ ਆਨੰਦ ਕਾਰਜ ਦੀ ਗੱਲ ਹੈਗੀ ਆ, ਉਹਨੂੰ ਅਨਡੂ ਕਰ ਦੇਣਾ ਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ। ਮੈਰਿਜ ਹੋ ਗਈ ਆ ਅਤੇ ਉਹ ਅਨਡੂ ਕਿੱਦਾਂ ਹੋ ਜਾਏਗੀ, ਕੋਈ ਪ੍ਰੋਵੀਜ਼ਨ ਨਹੀਂ। ਇਹ ਹੈਗਾ ਕਿ ਜਿਹਨੇ ਇੱਕ ਵਾਰੀ ਆਨੰਦ ਕਾਰਜ ਕਰਾ ਲਿਆ, ਜਦ ਤੱਕ ਉਹਦੀ ਸਿੰਘਣੀ ਜਾਂ ਉਹਦਾ ਸਿੰਘ ਜੀਂਦਾ ਆ ਅਤੇ ਉਹਨੂੰ ਦੂਜੇ ਵਿਆਹ ਦੀ ਵੀ ਇਜਾਜ਼ਤ ਨਹੀਂ ਹੈ। ਤਾਂ ਪਰ ਅੱਜ ਕੱਲ੍ਹ ਕੀ ਹਾਲਾਤ ਹੈਗੇ ਆ ਕਿ ਕਈ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਜਿਹਦੇ ਵਿੱਚ ਸਿੱਖੀ ਨਿਭਾਉਣੀ ਹੀ ਮੁਸ਼ਕਿਲ ਹੋ ਜਾਂਦੀ ਹੈ, ਅਤੇ ਉੱਥੇ ਲਈ ਵਿਚਾਰ ਕੀਤਾ ਜਾ ਸਕਦਾ ਇਹਨਾਂ ਗੱਲਾਂ ਦਾ। ਕਿਉਂਕਿ ਜੇ ਕਿਸੇ ਸਿੰਘਣੀ ਦਾ ਸਿੰਘ ਸ਼ਰਾਬ ਪੀਣ ਲੱਗ ਪਿਆ ਜਾਂ ਕੋਈ ਇੱਦਾਂ ਦੇ ਕੁਕਰਮ ਕਰਨ ਲੱਗ ਪਿਆ ਅਤੇ ਫਿਰ ਉਹਦੀ ਵਾਈਫ ਦਾ ਵੀ ਧਰਮ ਚਲੇ ਜਾਏਗਾ, ਅਤੇ ਜੇ ਇੱਦਾਂ ਹੀ ਵਾਈਸ ਵਰਸਾ ਹੈ ਨਾ। ਤਾਂ ਜਿਹੜੀ ਹੈਗੀ ਆ ਪਹਿਲੀ ਗੱਲ ਅਤੇ ਉਹ ਇਹੀ ਹੈ ਕਿ ਸਾਡੇ 'ਚ ਤਲਾਕ ਨਹੀਂ ਹੈਗਾ। ਅਤੇ ਜੇ ਕੋਈ ਗਲਤ ਹੋ ਵੀ ਗਿਆ ਉਹਦਾ ਪਾਰਟਨਰ, ਉਹਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਕਿ ਸ਼ਾਇਦ ਇਹ ਠੀਕ ਹੋ ਜਾਵੇ। ਕਈ ਵਾਰੀ ਤੁਸੀਂ ਆਪਣੇ ਪਾਰਟਨਰ ਲਈ ਅਰਦਾਸਾਂ ਕਰਕੇ, ਉਹਦੇ ਲਈ ਪਾਠ ਕਰਕੇ, ਮਹਾਰਾਜ ਅੱਗੇ ਜੋਦੜੀਆਂ ਕਰਕੇ ਵੀ ਉਹਨੂੰ ਵਾਪਸ ਲਿਆ ਸਕਦੇ ਆ। ਅੱਜ ਕੱਲ੍ਹ ਪਰ ਇੰਨੀ ਕੋਈ ਕਰਦੇ ਨਹੀਂ। ਜਦੋਂ ਹੀ ਕੋਈ ਦੇਖਦਾ ਕਿ ਗਲਤ ਹੋਇਆ, ਫਟਾਫਟ ਤਲਾਕ ਵਾਲੇ ਪਾਸੇ ਨੂੰ ਭੱਜਦੇ ਆ। ਉਹ ਨਹੀਂ ਕਰਨਾ ਚਾਹੀਦਾ। ਜੇ ਬਹੁਤ ਹੀ ਸਿਰ ਤੋਂ ਗਲ ਨਿਕਲ ਜਾਵੇ ਔਰ ਜਾਨ ਨੂੰ ਖਤਰਾ ਹੋਵੇ ਤਾਂ ਇਹ ਕੀਤਾ ਜਾ ਸਕਦਾ, ਅਦਰਵਾਈਜ਼ ਇਹ ਨਹੀਂ ਕਰਨਾ ਚਾਹੀਦਾ। ਨੈਕਸਟ ਕੁਐਸਚਨ ਹੈਗਾ, ਨਾਮ ਸਿਮਰਨ ਬੋਲ ਕੇ ਉੱਚੀ ਕਰਨਾ ਚਾਹੀਦਾ ਹੈ ਜੀ ਜਾਂ ਅੰਤਰ ਧਿਆਨ ਕਰਕੇ ਵੀ ਕਰਿਆ ਜਾਵੇ? ਭਾਈ ਸੁਖਵਿੰਦਰ ਸਿੰਘ। ਹਰ ਜਨ ਸਿਮਰੋ ਹਿਰਦੈ ਰਾਮ। ਹਾਂਜੀ, ਸਿਮਰਨਾ ਕਿੱਥੇ ਹੈ? ਹਿਰਦੇ ਵਿੱਚ ਸਿਮਰਨਾ। ਸ਼ਰਵਣੀ ਸੁਣੀਏ ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਸੋ ਅਸਲ ਵਿੱਚ ਜਾਂ ਧਿਆਨ ਵਿੱਚ ਆਉਣਾ ਜ਼ਰੂਰੀ ਹੈ, ਜਿਸ ਤਰੀਕੇ ਨਾਲ ਵੀ ਆਵੇ। ਜੇ ਉੱਚੀ ਉੱਚੀ ਬੋਲ ਕੇ ਸਾਡੇ ਧਿਆਨ ਵਿੱਚ ਸਿਮਰਨ ਜੁੜ ਰਿਹਾ ਸਾਡਾ, ਉੱਚੀ ਉੱਚੀ ਕਰੀਏ। ਜੇ ਤੁਸੀਂ ਹੌਲੀ ਹੌਲੀ ਕਰਕੇ, ਜਿਵੇਂ ਵੀ ਤੁਹਾਡਾ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਆਸਾਰ। ਕੂਕਣਾ, ਉੱਚੀ ਉੱਚੀ ਵੀ ਬੋਲਣਾ ਹੈ ਨਾ। ਕੂਕਣਾ ਹੁੰਦਾ ਜਿਵੇਂ ਕੁੱਤਿਆਂ ਦਾ ਹੁੰਦਾ ਨਾ, ਉੱਚੀ, ਬਹੁਤ ਉੱਚੀ ਕੂਕਣਾ, ਦੂਰ ਦੂਰ ਸੁਣੇ। ਇਹ ਵੀ ਗੱਲ ਕਰਦੇ ਨੇ। ਅਤੇ ਆਪਾਂ ਹੌਲੀ ਹੌਲੀ ਵੀ ਕਰ ਸਕਦੇ। ਜਿਸ ਤਰ੍ਹਾਂ ਤੁਹਾਡਾ ਮਨ ਜੁੜਦਾ ਸਿਮਰਨ ਦੇ ਵਿੱਚ, ਉਹੀ ਜ਼ਰੂਰੀ ਹੈਗਾ। ਅਤੇ ਜੁਗਤ ਜਿਹੜੀ ਹੈ ਉਹ ਗੁਰਮੰਤਰ ਜਪਣ ਦੀ, ਉਹ ਪੰਜ ਪਿਆਰੇ ਬਖਸ਼ਦੇ ਨੇ। ਉਸ ਜੁਗਤ ਨੂੰ ਤੁਸੀਂ ਫੋਲੋ ਕਰਨਾ ਹੈ। Question, what are your thoughts on Dasam Granth? ਦਸਮ ਗ੍ਰੰਥ ਬਾਰੇ ਤੁਹਾਡੇ ਕੀ ਵਿਚਾਰ ਹੈ? ਦਸਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਲ ਇਹ ਹੈ ਵੀ ਦਸਮ ਗ੍ਰੰਥ ਤਾਂ ਅਜੇ ਤੱਕ ਦਾਸ ਨੇ ਪੜ੍ਹਿਆ ਹੀ ਨਹੀਂ। ਉਹਦੇ ਬਾਰੇ ਸੁਣਿਆ ਬਹੁਤ ਕੁਛ ਹੈ, ਪਰ ਦਾਸ ਨੇ ਨਾ ਉਹ ਦਰਸ਼ਨ ਕੀਤੇ ਆ, ਨਾ ਉਹ ਪੜ੍ਹਿਆ, ਅਤੇ ਨਾ ਹੀ ਮੈਨੂੰ ਪੜ੍ਹਨ ਦੀ ਅਜੇ ਤੱਕ ਮੈਂ ਲੋੜ ਮਹਿਸੂਸ ਕੀਤੀ ਹੈ। ਜੋ ਕੁਛ ਹਾਲਾਤ ਚੱਲ ਰਹੇ ਆ ਸਾਡੇ ਸਮਾਜ ਵਿੱਚ, ਉਸ ਗ੍ਰੰਥ ਦੇ ਬਾਰੇ ਵਿੱਚ, ਜਾਂ ਹਰ ਇੱਕ ਬਾਣੀਆਂ ਦੇ ਉੱਤੇ ਟੀਕਾ ਟਿੱਪਣੀ ਹੋ ਰਹੀ ਹੈ। ਇਹਦੇ ਵਿੱਚ ਆਹ ਬਾਣੀ ਜਿਹੜੀ ਆ ਉਹ ਗੁਰੂ ਸਾਹਿਬ ਨੇ ਨਹੀਂ ਲਿਖੀ। ਆਹ ਬਾਣੀ ਜਿੱਦਾਂ ਜਿਵੇਂ ਕ੍ਰਿਸ਼ਨ ਅਵਤਾਰ ਹੈ, ਰਾਮਾ ਅਵਤਾਰ ਹੈ, ਜਾਂ ਤ੍ਰਿਆ ਚਰਿੱਤਰ ਹੈ, ਤਾਂ ਕਹਿੰਦੇ ਉਹਦੇ ਵਿੱਚ ਅਸ਼ਲੀਲਤਾ ਬਹੁਤ ਹੈ। ਸੋ ਇਟ ਮੇ ਬੀ ਐਵਰੀਥਿੰਗ ਇਜ਼ ਪੋਸੀਬਲ। ਸ਼ਰਾਰਤੀ ਦਿਮਾਗਾਂ ਨੇ ਮਤਲਬ ਹਰ ਚੀਜ਼ 'ਚ ਮਿਲਾਵਟ ਕੀਤੀ ਹੈ, ਇੱਥੋਂ ਤੱਕ ਕਿ ਹਰ ਧਾਰਮਿਕ ਪੁਸਤਕਾਂ ਦੇ ਵਿੱਚ ਵੀ ਮਿਲਾਵਟ ਆ ਰਹੀ ਹੈ, ਮਿਥਿਹਾਸਕ ਸਾਖੀਆਂ ਆ ਰਹੀਆਂ ਨੇ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਵੀ ਉਹਨਾਂ ਨੇ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਿਵੇਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਰਾਗਮਾਲਾ ਹੈ, ਉਹਦੇ ਬਾਰੇ ਅੱਜ ਤੱਕ ਮਤਲਬ ਕੋਈ ਫੈਸਲਾ ਪੰਥ ਕਰ ਹੀ ਨਹੀਂ ਸਕਿਆ ਵੀ ਰਾਗਮਾਲਾ ਬਾਣੀ ਹੈ ਕਿ ਨਹੀਂ ਬਾਣੀ ਹੈ, ਇਹ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ ਹੈ। ਜਿਹੜਾ ਖਰੜਾ ਤਿਆਰ ਕੀਤਾ ਸ਼੍ਰੋਮਣੀ ਕਮੇਟੀ ਨੇ, ਉਹਦੇ ਵਿੱਚ ਲਿਖਿਆ ਹੋਇਆ ਹੈ ਕੋਈ ਪੜ੍ਹੇ ਜਾਂ ਨਾ ਪੜ੍ਹੇ ਦੋਨੋਂ ਹੀ ਪ੍ਰਵਾਨ ਹੈ। ਇਹ ਕੋਈ ਗੱਲ ਹੈ? ਕੇਸਕੀ ਬਾਰੇ ਹੈ, ਕੇਸਕੀ ਕੋ ਸਜਾਵੇ ਜਾਂ ਨਾ ਸਜਾਵੇ ਦੋਨੋਂ ਹੀ ਪ੍ਰਵਾਨ ਹੈ। ਇਹ ਤਾਂ ਦੁਬਿਧਾ ਖੜੀ ਕਰਨ ਵਾਲੀ ਹੈ ਨਾ ਗੱਲ। ਉਹ ਤਾਂ ਹੁੰਦਾ, ਇਹੋ ਜਿਹੇ ਫੈਸਲੇ ਤਾਂ ਹੁੰਦੇ ਆ ਜਾਂ ਅਮੈਂਡਮੈਂਟ ਕਿਸੇ ਵਿਧਾਨ ਵਿੱਚ ਤਾਂ ਹੁੰਦੀ ਹੈ ਜਦੋਂ ਆਪਣੇ ਵਿੱਚ ਵੀਕਨੈਸ ਆ ਜਾਂਦੀ ਹੈ। 1936 ਤੋਂ ਪਹਿਲੇ ਅਕਾਲ ਤਖਤ ਦੇ ਉੱਤੇ ਇੱਕ ਫੱਟਾ ਲੱਗਾ ਹੁੰਦਾ ਸੀ, ਦਾਸ ਨੇ ਤਾਂ ਆਪਣੀ ਸੁਰਤ ਵਿੱਚ ਪੜ੍ਹਿਆ, ਅਤੇ ਉਹਦੇ 'ਤੇ ਲਿਖਿਆ ਹੁੰਦਾ ਸੀਗਾ ਵੀ ਜਿਹੜਾ ਕੱਛ ਕੜਾ ਕਿਰਪਾਨ ਕੰਘਾ ਕੇਸਕੀ ਪੰਜ ਕਾਰੀ ਰਹਿਤ ਧਾਰੇ ਸਿੱਖ ਸੋਈ। ਉਹ ਇਹਨਾਂ ਨੇ ਬੜੀ ਸ਼ਰਾਰਤ ਨਾਲ ਕੇਸ ਕੀ ਸ਼ਬਦ ਨੂੰ ਇਹਨਾਂ ਨੇ ਅਲੱਗ ਅਲੱਗ ਕਰਤਾ, ਕੇਸ ਅਲੱਗ ਕਰਤਾ, ਕੀ ਨੂੰ ਕੱਕੇ ਨੂੰ ਮੇਰੀ ਕੀ ਅਲੱਗ ਕਰਤੀ। ਉਹ ਤਾਂ ਕੇਸ ਨੂੰ ਪੰਜਵਾਂ ਆਕਾਰ ਸ਼ੋਅ ਕਰ ਦਿੱਤਾ। ਜਦ ਕਿ ਗਿਆਨੀ ਗੁਰਮੁਖ ਸਿੰਘ ਅਕਾਲ ਤਖਤ ਜਥੇਦਾਰ ਜਦੋਂ ਬਣਿਆ ਨਾ ਜੀ, ਉਹਨਾਂ ਦੀ ਜਿਹੜੀ ਮਿਸਿਸ ਸੀ 1936 ਤੋਂ ਪਹਿਲੇ ਦਾਸ ਨੂੰ ਇਹ ਮੈਂ ਇਤਿਹਾਸ 'ਚ ਪੜ੍ਹਿਆ ਵੀ 1936 ਤੋਂ ਪਹਿਲੇ ਅਕਾਲ ਤਖਤ ਦੇ ਉੱਤੇ ਸਮੇਤ ਕੇਸਕੀ ਅੰਮ੍ਰਿਤ ਸੰਚਾਰ ਹੁੰਦਾ ਸੀ। ਅਤੇ ਜਦੋਂ ਉੱਥੋਂ ਦੇ ਪ੍ਰਬੰਧਕਾਂ ਦੇ ਪਰਿਵਾਰਾਂ ਵਿੱਚ ਆਪਣੇ ਨਿੱਜੀ ਜੀਵਨ ਵਿੱਚ ਕੋਈ ਕਮੀ ਪੇਸ਼ੀ ਢਿੱਲ ਆਉਂਦੀ ਹੈ ਤਾਂ ਇਹ ਲੋਕ ਜਿਹੜੇ ਨੇ ਮਤਲਬ ਜਿਵੇਂ ਆਮ ਤੁਸੀਂ ਦੇਖੋ ਆਮ ਲੋਕਾਂ ਦੀ ਇਹ ਧਾਰਨਾ ਆ ਵੀ ਕੋਈ ਵੀ ਜਿਹੜਾ ਵੀਕ ਪੁਆਇੰਟ ਆਪਣੇ ਵਿੱਚ ਹੋਵੇ ਉਹਨੂੰ ਗੁਰੂ ਦੇ ਨਾਂ ਲਾ ਦਿਓ। ਗੁਰੂ ਗੋਬਿੰਦ ਸਿੰਘ ਜੀ ਆਹ ਕਰਦੇ ਸੀ, ਪ੍ਰਾਣ ਰਤਨ ਸਿੰਘ ਆਹ ਕਰਦੇ ਸੀ, ਝਟਕਾ ਖਾਂਦੇ ਸੀ, ਜਾਂ ਕਿੰਨਾ ਕੁ ਮੈਂ ਇਹਨੂੰ ਵਿਸਤਾਰ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਕੰਟਰੋਡਕਸ਼ਨ ਜਿਹੜੀ ਬਹੁਤ ਲੰਬੀ ਹੈਗੀ ਆ। ਅਤੇ ਹਰ ਇੱਕ ਬੰਦਾ ਜਿਹਦੇ ਵਿੱਚ ਕੋਈ ਵੀਕਨੈਸ ਹੈਗੀ ਆ ਉਹ ਆਪਣਾ ਜਿਹੜਾ ਅੰਦਰਲਾ ਕੋਈ ਪਾਪ ਹੈ ਨਾ ਉਹ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ, ਸੋ ਉਹ ਦੂਜੇ ਸਿਰ ਮੜਿਆ ਜਾਂਦਾ। ਇੱਥੋਂ ਤੱਕ ਗੁਰੂ ਦੇ ਸਿਰ 'ਤੇ ਵੀ ਜਿੰਮੇ ਲਾਇਆ ਜਾਂਦਾ। ਸੋ ਮੈਂ ਆਪਣੇ ਪੁਆਇੰਟ 'ਤੇ ਆਵਾਂ ਕਿ 1936 ਤੋਂ ਪਹਿਲੇ ਅਕਾਲ ਤਖਤ 'ਤੇ ਅੰਮ੍ਰਿਤ ਸੰਚਾਰ ਦਸਤਾਰ ਸਮੇਤ ਹੁੰਦਾ ਸੀ। ਗਿਆਨੀ ਗੁਰਮੁਖ ਸਿੰਘ ਜੀ ਅਕਾਲ ਤਖਤ ਜਥੇਦਾਰ ਬਣੇ 1936 ਦੇ ਵਿੱਚ, ਜੋ ਮੈਂ ਪੜ੍ਹਿਆ ਪੁਸਤਕ ਦੇ ਵਿੱਚ। ਉਹਨਾਂ ਦੀ ਜਿਹੜੀ ਮਿਸਿਸ ਸੀ ਉਹ ਦਸਤਾਰ ਸਜਾਉਣ ਤੋਂ ਨਾਬਰ ਹੋ ਗਈ, ਇਨਕਾਰ ਕਰਤਾ ਉਹਨੇ। ਅਤੇ ਉਹਨਾਂ ਨੇ ਉਸ ਚੀਜ਼ ਨੂੰ ਛਪਾਉਣ ਦੀ ਖਾਤਰ ਉਹਦੇ 'ਚ ਅਮੈਂਡਮੈਂਟ ਕਰਤੀ ਵਿਧਾਨ ਦੇ ਵਿੱਚ ਵੀ ਦਸਤਾਰ ਕੋਈ ਸਜਾਵੇ ਜਾਂ ਨਾ ਸਜਾਵੇ ਦੋਨੋਂ ਹੀ ਪ੍ਰਵਾਨ ਹੈ। ਹਾਂ, ਅਤੇ ਅਸਲ ਦੇ ਵਿੱਚ ਜਿਹੜਾ ਸੱਚੇ ਪਾਤਸ਼ਾਹ ਨੇ ਕਨਸੈਪਟ ਦਿੱਤਾ ਸੀ 1999 ਦੇ ਵਿੱਚ 1699 ਦੇ ਵਿੱਚ ਅੰਮ੍ਰਿਤ ਸੰਚਾਰ ਵੇਲੇ, ਉਹਨਾਂ ਨੇ ਕਿਹਾ ਸੀ ਵੀ ਗੁਰਸਿੱਖੋ ਅੱਜ ਮੈਂ ਤੁਹਾਨੂੰ 5 ਗਹਿਣੇ ਦੇਣ ਲੱਗਿਆ, ਆਪਣੇ ਹੱਥ ਅੱਗੇ ਕਰੋ। ਹੁਣ ਤੁਸੀਂ ਇੱਥੋਂ ਇਹਦਾ ਆਪਣਾ ਜੱਜਮੈਂਟ ਕਰ ਲਈਓ। 5 ਹੱਥਾਂ ਉੱਤੇ ਗਹਿਣੇ ਗੁਰੂ ਸਾਹਿਬ ਨੇ ਕਿਹੜੇ ਰੱਖੇ ਹੋਣਗੇ? ਉਹ 'ਚ ਕੇਸ ਰੱਖੇ ਜਾ ਸਕਦੇ ਹੱਥਾਂ 'ਤੇ? ਉਹ 'ਚ ਉਹ 5 ਕੱਕੇ ਉਹੀ ਹੈ, ਕੱਛ ਕੜਾ ਕਿਰਪਾਨ ਕੰਘਾ ਕੇਸਕੀ। 4 ਕਾਰਨ ਨਾਲ ਕੇਸਕੀ ਵੀ ਨਾਲ ਸੱਚੇ ਪਾਤਸ਼ਾਹ ਨੇ ਤੁਹਾਨੂੰ ਬਖਸ਼ਿਸ਼ ਕੀਤੀ ਵੀ ਇਹ ਕੇਸਾਂ ਦੀ ਹਿਫਾਜ਼ਤ ਵਾਸਤੇ ਸਦਾ ਹੀ ਆਪਣੇ ਸਰੀਰ ਨਾਲ ਰੱਖਣੀ ਹੈ। ਤਾਂ ਇਹ ਇਹਨਾਂ ਨੇ ਆਪਣੀਆਂ ਕਮਜ਼ੋਰੀਆਂ ਛਪਾਉਣ ਕਰਕੇ ਉਹ 'ਚ ਅਮੈਂਡਮੈਂਟ ਕਰ ਦਿੱਤੀ। ਸੋ ਕੁਐਸਚਨ ਕੀ ਸੀ ਆਪਣਾ? ਦਸਮ ਗ੍ਰੰਥ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਉਹਦੇ ਬਾਰੇ ਬਹੁਤ ਜ਼ਿਆਦਾ ਧੜੇ ਬਣ ਚੁੱਕੇ ਆ। ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਜਥੇਦਾਰ ਬਣੇ ਸੀ ਅਤੇ ਉਹ ਮਤਲਬ ਇਸ ਦਸਮ ਗ੍ਰੰਥ ਦੇ ਬੜੇ ਕੱਟੜ ਹਮਾਇਤੀ ਰਹੇ ਆ। ਇਸੇ ਤਰ੍ਹਾਂ ਬਹੁਤੀਆਂ ਜਿਹੜੀਆਂ ਪਾਪੂਲਰ ਸ਼ਖਸੀਅਤਾਂ ਹੈਗੀਆਂ ਉਹਨਾਂ ਵਿੱਚ ਵੀ ਇਹਦਾ ਇਹ ਮੁੱਦਾ ਜਿਹੜਾ ਭਖਵਾਂ ਬਣਿਆ ਰਿਹਾ। ਸੋ ਇਸ ਕਰਕੇ ਮੈਂ ਤਾਂ ਇਹਦੇ ਬਾਰੇ ਨਾ ਬਹੁਤਾ ਜਾਣਦਾ ਹਾਂ, ਪਰ ਮੈਂ ਜੋ ਬਹਿਸ ਦੇ ਜਾਂ ਮੁੱਦੇ ਉੱਠਦੇ ਰਹੇ ਆ ਉਹਨਾਂ ਬਾਰੇ ਜ਼ਰੂਰ ਮੈਨੂੰ ਪਤਾ ਲੱਗਦਾ ਰਿਹਾ, ਅਤੇ ਇਸ ਕਰਕੇ ਮੈਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਨਾ ਮੈਂ ਪੜ੍ਹਿਆ ਹੈ। ਸੋ ਮੇਰੀ ਬੇਨਤੀ ਇਹ ਹੈ ਵੀ ਜਿਸ ਮਸਲੇ ਉੱਤੇ ਪੰਥਕ ਰਾਵਾਂ ਇੱਕ ਨਾ ਹੋਣ, ਸਾਨੂੰ ਉਸ ਬਹਿਸ 'ਚ ਨਹੀਂ ਪੈਣਾ ਚਾਹੀਦਾ ਜੇ ਆਪਣਾ ਰੰਗ ਤੁਸੀਂ ਕਾਇਮ ਰੱਖਣਾ ਆ। ਕਿਉਂਕਿ ਸਤਿਗੁਰ ਦੀ ਇਹ ਵਿਧਾਨ ਹੈ ਕਿ ਅਕਾਲ ਪੁਰਖ ਸਤਿਗੁਰੂ ਜੀ ਨੇ ਹਰ ਚੀਜ਼ ਜੋਟੇ ਵਿੱਚ ਪੈਦਾ ਕੀਤੀ ਹੈ, ਇਕੱਲੀ ਚੀਜ਼ ਕੋਈ ਨਹੀਂ ਪੈਦਾ ਕੀਤੀ। ਜੇ ਚੰਗਿਆਈ ਹੈ ਨਾਲ ਬੁਰਾਈ ਹੈ, ਦਿਨ ਹੈ ਨਾਲ ਰਾਤ ਹੈ, ਮਿੱਠਾ ਹੈ ਨਾਲ ਕੌੜਾ ਹੈ, ਸੰਗਤ ਹੈ ਨਾਲ ਕੁਸੰਗਤ ਵੀ ਹੈ। ਸੋ ਇਹ ਦੋਨੋਂ ਚੀਜ਼ਾਂ ਨਾਲ ਨਾਲ ਹੀ ਚੱਲਣੀਆਂ। ਇੱਕ ਸਿੱਕੇ ਦੇ 2 ਪਹਿਲੂ ਹੁੰਦੇ, ਅਲੱਗ ਅਲੱਗ ਨਹੀਂ ਕੀਤੇ ਜਾ ਸਕਦੇ। ਆਪਾਂ ਨੇ ਕੀ ਲੈਣਾ ਹੈ ਕੀ ਨਹੀਂ ਲੈਣਾ ਹੈ, ਬਾਜ਼ਾਰ ਵਿੱਚ ਚਲੇ ਜਾਓ, ਸਾਰਾ ਬਾਜ਼ਾਰ ਲੱਗਾ ਹੈ, ਸਾਰਾ ਕੁਛ ਮਿਲਦਾ ਉੱਥੇ। ਡਿਪੈਂਡ ਤੁਹਾਡੇ 'ਤੇ ਕਰਦਾ ਕਿ ਤੁਸੀਂ ਕੀ ਲੈਣਾ ਚਾਹੁੰਦੇ ਹੋ, ਤੁਸੀਂ ਉਹੀ ਦੁਕਾਨ 'ਤੇ ਜਾਓਗੇ।
ਉਸ ਤਰ੍ਹਾਂ ਵਿਆਹ ਕਰੋਗੇ। ਸੋ ਇਸ ਕਰਕੇ ਮੈਨੂੰ ਪੜ੍ਹਨ ਦੀ ਲੋੜ ਨਾ ਪਈ ਹੈ ਅਤੇ ਨਾ ਮੈਂ ਪੜ੍ਹਿਆ, ਨਾ ਮੈਨੂੰ ਇਹਦੇ ਬਾਰੇ ਬਹੁਤਾ ਗਿਆਨ ਹੈ। ਸੋ ਮੈਂ ਬਹਿਸ ਦੇ ਮੁੱਦੇ ਨੂੰ ਆਪਣੇ ਜੀਵਨ ਤੋਂ ਦੂਰ ਰੱਖਿਆ। ਧੰਨਵਾਦ ਜੀ। ਇਹਦਾ ਸਵਾਲ ਹੈ ਵੀ ਦਸਮ ਗ੍ਰੰਥ ਬਾਰੇ ਕੀ ਵਿਚਾਰ ਨੇ। ਦਸਮ ਗ੍ਰੰਥ ਪੰਥ ਦਾ ਅਨਿੱਖੜਵਾਂ ਅੰਗ ਹੈ। ਇਹ ਤੁਸੀਂ ਮੁਨਕਰ ਨਹੀਂ ਹੋ ਸਕਦੇ। ਸਾਡੀਆਂ ਨਿਤਨੇਮ ਦੀ ਬਾਣੀਆਂ, ਉਹਦੇ ਵਿੱਚੋਂ 3 ਬਾਣੀਆਂ ਅਸੀਂ ਨਿਤਨੇਮ ਜਿਹੜੇ ਅੰਮ੍ਰਿਤ ਸੰਚਾਰ ਵਿੱਚ ਨੇ ਉਹ ਵੀ ਉੱਥੋਂ ਆਉਂਦੀਆਂ ਨੇ। ਪਰ ਇਹਦੇ ਵਿੱਚ ਇਹਦਾ ਜਿਹੜਾ ਪਾਠ ਹੈ ਇਹ ਬਹੁਤ ਡੂੰਘਾ ਵਿਚਾਰ ਨਾਲ ਕਰਨਾ ਜ਼ਰੂਰੀ ਹੈ। ਖਾਸ ਕਰਕੇ ਜਿਹੜੀਆਂ ਰਚਨਾਵਾਂ ਦੇ ਬਾਰੇ ਸਾਨੂੰ ਗਿਆਨ ਨੇ, ਕੁਛ ਤਾਂ ਰਚਨਾਵਾਂ ਜਿਹੜੀਆਂ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਮੇਲ ਖਾਂਦੀਆਂ, ਜਿਵੇਂ ਅੰਮ੍ਰਿਤ ਬਾਣੀ ਨੇ ਕਾਲ ਉਸਤਤ ਹੈ ਕੀ ਹੈ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਨੇ, ਇਹਨਾਂ ਦਾ ਜਿਹੜਾ ਇਹ ਅੰਮ੍ਰਿਤ ਬਾਣੀਆਂ ਦੇ ਨਾਲ ਇਹਨਾਂ ਬਾਕੀ ਜਿੰਨੇ ਵੀ ਹੋਰ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਾਰੀਆਂ ਪੰਥੀ ਸੰਪਰਦਾਵਾਂ ਇਸ 'ਤੇ ਇੱਕਮਤ ਨੇ ਵੀ ਇਹ ਜਿਹੜੇ ਇਤਿਹਾਸਕ ਗ੍ਰੰਥ ਹੈ ਉਹਨਾਂ ਦੇ ਟਰਾਂਸਲੇਸ਼ਨਸ ਨੇ, ਬਿਕੋਜ਼ ਦੋਸ grunts were in Sanskrit, not everybody could read them, so Guru Sahib made them available for everybody to read, है ना। ਤੁਸੀਂ ਰਾਮਾਇਣ ਜਿਹੜੀ ਸੀ ਉਹ ਸੰਸਕ੍ਰਿਤ ਵਿੱਚ ਹੈਗੀ, ਕ੍ਰਿਸ਼ਨ ਗੀਤਾ ਹੋਰ ਭਾਸ਼ਾ ਵਿੱਚ ਹੈ, ਉਹ ਵੀ ਸੰਸਕ੍ਰਿਤ ਵਿੱਚ ਹੈਗੀ। ਸੋ ਜਿਹੜਾ ਪੰਡਿਤ ਹੈ ਉਹ ਕਿਸੇ ਨੂੰ ਪੜ੍ਹਨ ਨਹੀਂ ਦਿੰਦਾ ਸੀਗਾ। ਇਹ ਟਰਾਂਸਲੇਸ਼ਨਸ ਕਰਾਈਆਂ ਗਈਆਂ ਨੇ। ਸੋ ਆਮ ਕਰਕੇ ਇਹਨਾਂ ਦੇ ਜਿਹੜਾ ਜੋ ਜੇ ਕੀਰਤਨ ਕਰਨਾ ਵਿੱਚ ਤੇ ਬੜਾ ਸੋਚ ਸਮਝ ਕੇ ਕੋਈ ਆਪਾਂ, ਕਿਉਂਕਿ ਉਹਦੇ 'ਚ ਕਈ ਵਾਰ ਹੁੰਦਾ ਅਸੀਂ ਕੋਥਾਏਂ ਸ਼ਬਦ ਚੱਕ ਲੈਂਦੇ ਹਾਂ ਅਤੇ ਉਹ ਬੜੀ ਮੁਸ਼ਕਿਲ ਹੋ ਜਾਏਗੀ। ਸੋ ਜਿਹੜੀਆਂ ਅੰਮ੍ਰਿਤ ਬਾਣੀਆਂ ਨੇ ਨਿਤਨੇਮ ਵਿੱਚ ਅਸੀਂ ਪੜ੍ਹਦੇ ਹਾਂ ਅਤੇ ਜਿਹੜੀ ਸ਼ਬਦ ਹਜ਼ਾਰੇ ਨੇ ਅਕਾਲ ਉਸਤਤ ਹੈਗੀ ਹੈ, ਇਹ ਬਾਣੀਆਂ ਜਿਹੜੀਆਂ ਇਹਨਾਂ ਨੂੰ ਤੁਸੀਂ ਬੜਾ ਬਗੈਰ ਕਿਸੇ ਬਹੁਤੀ ਵਿਚਾਰ ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹਾਂ। ਬਾਕੀਆਂ ਦੇ ਵਿਚਾਰੇ ਬਹੁਤ ਡੂੰਘੀ ਵਿਚਾਰ ਕਰੋ, ਸਟੱਡੀ ਕਰੋ, ਉਸ ਤੋਂ ਬਾਅਦ ਉਹਨਾਂ 'ਤੇ ਕੋਈ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਿਆਓ। ਪਰ ਦਸਮ ਗ੍ਰੰਥ ਪੰਥ ਦਾ ਅੰਗ ਹੈਗਾ, ਇਹ ਤੁਸੀਂ ਮੁਨਕਰ ਨਹੀਂ ਹੋ ਸਕਦੇ। ਦੁਹਰਾਵਾਂ ਜ਼ਰੂਰ ਹੈਗੀਆਂ ਪੰਥ ਵਿੱਚ ਇਸ ਵਿੱਚ। Thank you, ji. Bhai Vijay Singh, I try my best to be a great Sikh, though I don't know why I sometimes feel like giving up. I get distracted very easily. What can I do to stay more focused? Sorry, what was the question? Only joking. Waheguru Ji Ka Khalsa, Waheguru Ji Ki Fateh. Okay, more focused. Oh, great. I'm not good at focus. Okay, so ਵਧੀਆ ਸਿੱਖ ਕਿਵੇਂ ਬਣਨਾ, ਇਹ ਤਾਂ ਗੁਰੂ ਨੂੰ ਪੁੱਛਣਾ ਪੈਣਾ ਨਾ। So there's been a lot of vichar in the camp so far about Guru Sahib ਨਾਲ ਜੁੜਨਾ। ਗਿਆਨੀ ਕੁਲਵਿੰਦਰ ਸਿੰਘ ਜੀ ਨੇ talked about ਗੁਰਬਾਣੀ, ਭਾਈ ਸਾਹਿਬ ਜੀ ਨੇ ਅਰਦਾਸ ਬਾਰੇ ਗੱਲ ਕੀਤੀ, and ਭਾਈ ਸਾਹਿਬ ਜੀ also talked a lot about ਗੁਰਬਾਣੀ ਸ਼ਬਦ and what we want to try to achieve. The issue is that here we're very strong, है ना। ਇੱਥੇ ਸਾਰੇ ਇਕੱਠੇ ਹੈ ਨਾ, ਇੱਥੇ ਤਾਂ 5 ਚੋਰ ਆ ਵੀ ਨਹੀਂ ਸਕਦੇ, ਹੈ ਨਾ। there's no, ਸਾਰੇ ਦਰਵਾਜ਼ੇ ਬੰਦ ਆ ਇੱਥੇ, ਹੈ ਨਾ। But when we leave here, slowly starts to wear off and our normal life starts to take. Yeah. One is being aware of that's likely to happen. And 2 is trying to get maximum laha here, really galia. And 2 is building good habits. Think about what you're going to change when you get out of here, because you haven't gone out yet. ਤੁਸੀਂ ਹਜੇ ਇੱਥੇ ਹੀ ਆ, ਇੱਥੇ ਗੁਰੂ ਦੇ ਸ਼ਰਨ ਵਿੱਚ ਆ ਹਜੇ, ਹੈ ਨਾ। When you leave here, what are you going to change in your life? ਜਿਹੜਾ ਹੁਣ ਫੋਕਸ ਦੀ ਗੱਲ ਹੁੰਦੀ ਆ, ਫਿਰ what's the distraction? ਤੁਹਾਨੂੰ ਤਾਂ ਆਪ ਹੋਣਾ ਫੋਕਸ ਦੀ ਗੱਲ ਕੀ ਹੈ, ਮੋਬਾਈਲ ਫੋਨ ਕੀ ਆ, ਸੋਸ਼ਲ ਮੀਡੀਆ, ਨੈਟਫਲਿਕਸ ਆ, ਕੀ ਆ ਤੁਹਾਡਾ ਫੋਕਸ ਦੀ ਇਸ਼ੂ? What is it? Because sometimes, when you're sitting there just reflecting on things, ਤੁਹਾਡੇ ਮਨ ਦੇ ਵਿੱਚ ਕਿੱਦਾਂ ਦੇ ਖਿਆਲ ਆਉਂਦੇ ਆ, what kind of things coming, and that's usually a reflection of how you're spending your time, ਹੈ ਨਾ। ਵੀ ਤੁਸੀਂ ਕਿਹੜੀਆਂ ਗੱਲਾਂ ਤੁਸੀਂ ਦਿਮਾਗ ਵਿੱਚ ਪਾਈਆਂ। So thinking about that and thinking about where you're spending your time and trying to replace that time with more bombarding your mind with Guru's shabds and Gurbani and Sikhi, ਹੈ ਨਾ। ਹੁਣ ਇੱਕ ਗੱਲ ਹੈ, ਇੱਕ ਗੋਰਾ ਸੀ, I said to him as well, I said, ਕਿਸੇ ਨੂੰ ਭਾਈ ਸਾਹਿਬ ਨੇ ਨਾਲ ਗੱਲ ਹੋਈ ਸੀ, ਕਈ ਕਹਿੰਦੇ ਮੇਰੇ ਕੋਲ ਟਾਈਮ ਹੈ ਨਹੀਂ। The Gora said he was trying to teach people about new habits, and he said that if you say you haven't got any time, show me your phone, I'll show you where your time is being spent. And ਤੁਹਾਨੂੰ ਤਾਂ ਆਪ ਵੀ ਪਤਾ way how you can check your phone, seeing how much time you're spending on different things. Was the ਜ਼ਰੂਰੀ ਸੀ, these kind of things, because they're built to suck you in. And there's one of the little trick that someone said is that if you put your phone on grayscale, then it's not as enticing, and it doesn't it doesn't encourage you to press the buttons in that. So
focusing Gurbani. The other thing is ਇੱਥੇ ਅੰਮ੍ਰਿਤ ਵੇਲਾ ਕੀਤਾ ਹੈ ਨਾ, and you need to try to keep that going. ਇੱਥੇ ਗੁਰੂ ਸਾਹਿਬ ਤੋਂ ਅਰਦਾਸ ਕਰਨੀ, ਗੁਰੂ ਸਾਹਿਬ ਮੈਨੂੰ ਪੱਕਾ ਅੰਮ੍ਰਿਤ ਵੇਲਾ ਬਖਸ਼ੋ, ਪੱਕਾ ਅੰਮ੍ਰਿਤ ਵੇਲਾ, because if you're doing that ਅੰਮ੍ਰਿਤ ਵੇਲਾ, everything else just falls into place. Everything else just falls into place. ਕੋਈ ਨਾ ਕੋਈ ਬਹਾਨਾ ਬਣਾਓ, you know, because sometimes if we're doing it ourselves, then ਔਖਾ ਹੁੰਦਾ ਹੈ. If you can do it with other people, ਜੇ ਸੰਗਤ ਹੈਗੀ ਆ, ਗੁਰੂ ਘਰ ਜਾਓ, ਉੱਥੇ ਇਕੱਠੇ ਹੋ ਕੇ ਨਾਮ ਜਪੋ, you know, and that ਤੁਸੀਂ ਉਹ routine ਬਣਾਓ, your life will change. ਫਿਰ ਤੁਹਾਨੂੰ ਫੋਕਸ ਦੀ ਗੱਲ ਆਉਣੀ ਵੀ ਨਹੀਂ ਆ, your ਦਿਮਾਗ is always going to be focused. ਤੁਸੀਂ ਨਾਮ ਨਾਲ ਜੁੜ ਜਾਣਾ, ਉਹ ਤਾਂ ਨਾਮ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਸਟਾਰਟ ਕਰਦੇ, ਦੁਬਾਰਾ ਸਟਾਰਟ ਕਰਦੇ, ਫਿਰ ਉਹ ਸਾਰਾ ਦਿਨ ਚੱਲਦਾ ਰਹਿੰਦਾ. And try your best to come into ਸੰਗਤ. ਗੁਰਸਿੱਖ said to me, ਜਦੋਂ ਤੁਸੀਂ ਸੰਗਤ ਜਿੱਦਾਂ ਕੋਈ ਰਹਿਣ ਸਬਾਈ ਹੋਵੇ, ਜਦੋਂ ਤੁਸੀਂ ਸੰਗਤ ਵਿੱਚ ਆਉਣਾ, ਤੁਸੀਂ ਪਿੱਛੇ ਬਹਿ ਕੇ ਤੁਸੀਂ ਗੁਰੂ ਗੁਰੂ ਜਪਣਾ and ਤੁਸੀਂ ਸ਼ਬਦ ਸੁਣਨਾ. That's it. You don't have no aspirations to go and sit on stage, don't have no aspirations to ਮੋਰੇ ਮੋਰੇ ਬਹਿਣਾ. ਤੁਸੀਂ ਪਿੱਛੇ ਜਾ ਕੇ ਬਹਿ ਜਾਓ, ਤੁਸੀਂ ਗੁਰੂ ਗੁਰੂ ਕਰਨਾ. And you know, and I remember last Rensva I went to in Slough, just before I came here, ਮੈਂ ਪਿੱਛੇ ਬਹਿ ਗਿਆ ਹੈ ਨਾ, ਉੱਥੇ ਇੰਨਾ ਵਧੀਆ ਸੀ. ਹੁਣ people think that ਉਹ ਪਿੱਛੇ ਲੋਕੀ ਗੱਲਾਂ ਕਰਦੇ, ਉੱਥੇ ਇੰਨਾ ਵਧੀਆ ਸੀ, ਉੱਥੇ ਨਾਮ ਰੰਗੇ ਵਾਲੇ ਗੁਰਸਿੱਖ ਮੇਰੇ ਨਾਲ ਬੈਠੇ ਸੀ, ਮੈਨੂੰ ਵਾਹਿਗੁਰੂ ਉੱਥੇ ਧੁਨੀ ਵਾਹਿਗੁਰੂ ਵੱਜਦੀ ਸੀ, ਐਂਡ then ਬੰਦੇ ਦੇ ਜਿੱਦਾਂ ਇੱਕਦਮ ਜੁੜ ਜਾਂਦਾ. So try your best to spend as much time ਇੱਥੇ ਹੁਣ ਸਮਾਗਮ ਹੋਣਾ ਵੈਂਕੂਵਰ ਹੈ ਨਾ, try your best to spend time in that. That will give you another boost. Okay, that will give you another boost. ਤਾਂ ਸੰਗਤ ਵਿੱਚ ਆ ਕੇ ਇੱਦਾਂ ਦੇ ਨਵੇਂ ਸੰਸਕਾਰ ਪੈਦਾ ਹੁੰਦੇ ਆ, you know, and your habits change and your life changes. Okay, but you can only do that. Okay, any of it, don't just be an innocent person just waiting for the whole kirpa to just rust to go down and down and down and down, or you know, that feeling to go down and wither away, and before you know it, you're doing the same bad habits that you were doing like before you went to the camp. Huh? You don't want to end up like that. You want to know that that's what's likely to happen, and you just you know, keep your mind. ਜਿੱਦਾਂ ਕੁੱਟ ਮਨ ਕਸਵੱਟੀ ਲਾਵੇ ਹੈ ਨਾ, ਮਨ ਨੂੰ ਕੁੱਟਣਾ ਸ਼ਬਦ ਗੁਰੂ ਦੇ ਸ਼ਬਦ ਨਾਲ, ਰੂਟੀਨ ਬਣਾਉਣੀ, make a routine. And you know, I used to say to ਗਿਆਨੀ ਕੁਲਵਿੰਦਰ ਸਿੰਘ, I said, ਤੁਸੀਂ ਭਾਈ ਸਾਹਿਬ ਤੁਸੀਂ ਇੰਨੇ ਬਿਜ਼ੀ ਆ, ਇੰਨੇ ਤੁਹਾਡੇ ਫੋਨ ਆਉਂਦੇ ਆ, ਤੁਸੀਂ ਕਦੀ ਇੱਧਰ ਕਦੀ ਉੱਧਰ ਜਾਂਦਾ. And he said to me, I was quite surprised what he said to me, but now it makes sense. He said, ਜਦੋਂ ਮੈਂ ਬਿਜ਼ੀ ਮੈਂ ਠੀਕ ਆ, ਜਦੋਂ ਮੈਂ ਬੈਠਾ ਵਿਹਲਾ ਹੁੰਦਾ, ਫਿਰ ਮੇਰਾ ਦਿਮਾਗ ਹੀ ਨਾਲ start thinking about all these other things. ਨਾ ਵਿਹਲਾ ਮਨ ਸ਼ੈਤਾਨ ਦਾ ਕਰ ਜਿੱਦਾਂ, you know, keeping yourself busy. And that's what Guru Sahib's Bani and Simran, that routine can do. And just one last example that I've heard before. It's a story. So there's this guy, you know, he goes to a market. Market ਤੇ ਜਾਂਦਾ ਬੰਦਾ, and there's a stall there, and there's nothing on the stall. There's just a table, ਹੈ ਨਾ, just table. ਉੱਤੇ ਟੇਬਲ ਤੇ ਕੁਛ ਨਹੀਂ ਰੱਖਿਆ ਹੁੰਦਾ. And he goes to the ਬੰਦਾ, ਪੁੱਛਦਾ ਵੀ ਤੂੰ ਕੀ ਵੇਚਦਾ, ਤੁਹਾਡਾ ਟੇਬਲ ਤਾਂ ਖਾਲੀ ਹੈ. ਕਹਿੰਦਾ ਮੈਂ ਭੂਤ ਵੇਚਦਾ, ਭੂਤ. ਮੈਂ ਭੂਤ ਵੇਚਦਾ ਹੈ. ਭੂਤ ਆ ਗਿਆ, ਮੱਛਰ ਦੇ ਰੂਪ ਵਿੱਚ ਭੂਤ ਆ ਗਿਆ. So ਮੈਂ ਭੂਤ ਵੇਚਦਾ ਹੈ. ਅੱਛਾ ਭੂਤ ਕੀ ਕਰਦਾ? ਭੂਤ ਇੱਕ ਸਾਰੇ ਘਰ ਦਾ ਕੰਮ ਭੂਤ ਕਰਦਾ, ਸਾਰੇ ਘਰ ਦਾ ਕੰਮ, whatever ਜੋ ਵੀ ਤੁਸੀਂ ਕਰਾਉਣਾ ਉਹਦੇ ਤੋਂ ਉਹ ਕਰ ਲੈਂਦਾ. ਅੱਛਾ ਇਹਦੀ ਕੀਮਤ ਕੀ ਹੈ? ਮੇਰੇ ਘਰ ਬਹੁਤ ਕੰਮ ਹੈ ਨਾ, ਇਹ got a lot of work to do, ਪਰ ਇਹਦੀ ਕੀਮਤ ਕਿੰਨੀ ਹੈ? ਫ੍ਰੀ ਆ, ਫਿਰ ਤੁਸੀਂ ਲੈ ਲਓ ਇੱਕ. He goes ਵਧੀਆ, ਮੈਂ ਲੈ ਲੈਂਦਾ. And he goes, and the shopkeeper said, because ਇੱਕ ਸ਼ਰਤ ਆ, the stall owner, he said ਇੱਕ ਸ਼ਰਤ ਆ, if you leave it unattended, ਜੇ ਵਿਹਲਾ ਹੋਊਗਾ ਇਹਨ ਤੈਨੂੰ ਮਾਰ ਦੇਣਾ, ਭੂਤ ਨੇ, ਜੇ ਵਿਹਲਾ ਤੈਨੂੰ ਮਾਰ ਦੇਣਾ. ਫਿਰ then he go, ਠੀਕ ਹੈ ਕੋਈ ਮੇਰੇ ਬਹੁਤ ਕੰਮ ਹੈ. He took the booth home, and ਭੂਤ ਨੂੰ ਕਿਹਾ ਤੂੰ ਆਹ ਕਰ ਲਿਆ, ਇੱਕਦਮ ਕਰ ਲਿਆ ਨਾ, ਤੂੰ ਆਹ ਹੁਣ ਕਰ, ਜਿੱਦਾਂ ਭਾਂਡੇ ਧੋ, ਕੱਪੜੇ ਧੋ, ਸਾਰਾ ਕੁਛ ਨਾ ਕੰਮ ਜਿੱਦਾਂ ਭੂਤ ਕਰਕੇ ਫਿਰ ਵਾਪਸ ਆ ਗਿਆ ਨਾ. And the Bhuta just kept doing the work, kept doing the work, ਹੈ ਨਾ. ਫਿਰ ਬੰਦਾ ਥੋੜ੍ਹਾ ਜਿਹਾ ਡਰ ਗਿਆ, ਫਿਰ ਮੈਂ ਹੁਣ ਮੇਰੇ ਤਾਂ ਕੰਮ ਹੋਈ ਜਾਂਦੇ ਆ, ਫਿਰ ਜਿੱਦਾਂ ਭੂਤ ਵਿਹਲਾ ਹੋ ਕੇ ਮੈਨੂੰ ਮਾਰ ਦੇਣਾ. ਫਿਰ ਉਹਦੀ ਘਰ ਵਾਲੀ ਨਾਲ ਗੱਲ ਹੋਈ, ਕਹਿੰਦਾ ਮੈਨੂੰ ਫਿਕਰ ਆ ਵੀ ਇਹਨੇ ਮੈਨੂੰ ਮਾਰ ਦੇਣਾ ਹੁਣ. ਮੈਂ ਕੀ ਕਰਾਂ? ਇਹ ਠੀਕ ਆ, ਘਰ ਦੇ ਪਾਸੇ ਤੁਸੀਂ ਪਿਛਲੇ ਬੰਨੇ ਤੁਸੀਂ ਉੱਥੇ ਇੱਕ ਪੌੜੀ ਰੱਖ ਲਓ, ਤਾਂ ਜਦੋਂ ਉਹ ਭੂਤ ਵਿਹਲਾ ਹੈ ਤੁਸੀਂ ਕਹਦੇ ਉੱਪਰ ਥੱਲੇ ਜਾਣਾ ਪੌੜੀ 'ਤੇ, ਜਾਂ ਉੱਪਰ ਚੜ੍ਹਨਾ ਥੱਲੇ ਜਾਣਾ, ਹੈ ਨਾ. ਤਾਂ ਜੇ ਕੋਈ ਕੰਮ ਆ ਫਿਰ ਤੁਸੀਂ ਉਹਨੂੰ ਦੁਬਾਰਾ ਸੱਦ ਲਈ, ਠੀਕ ਆ.
ਫਿਰ ਉਹਦਾ ਚੱਲਦਾ ਰਿਹਾ ਹੈ ਨਾ। ਹੁਣ ਭੂਤ ਕੀ ਆ? ਸਾਡਾ ਮਨ। ਭੂਤ ਆ ਸਾਡਾ ਮਨ ਹੈ ਨਾ, ਜਿਹਦਾ ਬਿੱਲ ਆਇਆ ਹੈ ਨਾ। ਪੌੜੀ ਕਿਹੜੀ ਆ? ਸਾਡਾ ਨਿਤਨੇਮ, ਸਾਡਾ ਨਾਮ ਅਭਿਆਸ, you know, busy in the sangat, all these things, you keep it busy in those things. If ਜੇ ਬੇਲਾ ਹੋਊਗਾ ਫਿਰ ਤੈਨੂੰ ਮਾਰ ਦੇਣਾ ਹੈ। ਮਾਰ ਦੇਣਾ ਦਾ ਮਤਲਬ ਇਹ ਆ ਤੁਹਾਡੀ ਸਿੱਖੀ ਗਵਾ ਲੈਣੀ। So just thinking about that. So that was just a little bit of that. Trying to keep yourself busy and also at the same time sangat ਉਹ ਬਹੁਤ ਜ਼ਰੂਰੀ ਹੈ। Busy with sangat, ਹਾਂਜੀ। What is the real proof of God? Is God even real? What is the real proof of God and is God real? And God is as real as we are. ਜਿੰਨੇ ਕੁ ਅਸੀਂ real ਹੈਗੇ ਆ ਉਹਨੇ God real ਹੈਗਾ। ਅਸੀਂ ਹੈਗੇ ਆ ਨਾ, ਫਿਰ ਉਹ God ਵੀ ਹੈ। ਹਾਂਜੀ, there's no way ਜੋ ਇਹਨਾਂ ਕੁਝ ਜੋ ਰਚਿਆ ਸੰਸਾਰ ਇਹ ਕਿਸੇ ਕੁਦਰਤ ਨੇ ਜੇ ਤਿਆਰ ਕੀਤਾ ਹੈ, ਕੋਈ ਪਿੱਛੇ ਸ਼ਕਤੀ ਹੈਗੀ ਹੈ ਔਰ ਇਹਨੂੰ ਬਣਾਉਣ ਵਾਲਾ ਅਕਾਲ ਪੁਰਖ ਹੈਗਾ। ਔਰ ਗੁਰਬਾਣੀ ਸਾਨੂੰ ਕਹਿੰਦੀ ਹੈ ਔਰ ਰੀਅਲ ਹੈ ਜੇ ਸਾਨੂੰ, ਜੇ ਅਸੀਂ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਦੇ ਹਾਂ ਅਤੇ ਗੁਰੂ ਸਾਹਿਬ ਜੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੇ ਨੇ, ਜਿਹੜੇ ਸਾਰੀ ਦੁਨੀਆ ਦੇ ਕਰਤਾ ਧਰਤਾ ਅਤੇ ਉਹਨਾਂ ਨੂੰ ਪਾਲਣਹਾਰ ਨੇ। ਫਿਰ ਸਾਨੂੰ ਜੇ ਗੁਰੂ ਕਾ ਸਿੱਖ ਹੈ ਅਤੇ ਗੁਰੂ ਦੇ ਉੱਤੇ ਵਿਸ਼ਵਾਸ ਕਰਨਾ ਪਏਗਾ ਸਾਨੂੰ। ਠੀਕ ਹੈ, ਮੈਂ ਨਹੀਂ ਰੱਬ ਨੂੰ ਦੇਖਿਆ, ਪਰ ਜਿਨ੍ਹਾਂ ਨੇ ਰੱਬ ਦੇਖਿਆ ਅਸੀਂ ਉਹਨਾਂ ਨੂੰ ਦੇਖਿਆ ਹੈ ਨਾ। ਅਸੀਂ ਉਹਨਾਂ ਦੇ ਲੜ ਲੱਗੇ ਹੋਏ ਹਾਂ ਗੁਰੂ ਨਾਨਕ ਸਾਹਿਬ ਜੀ ਦੇ। ਉਹ ਗੁਰੂ ਨਾਨਕ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਉਹ ਅਕਾਲ ਪੁਰਖ ਤੋਂ ਬਖਸ਼ਿਸ਼ਾਂ ਲੈ ਕੇ ਆਏ ਅਤੇ ਉਹਨਾਂ ਨੇ ਸਾਨੂੰ ਅਕਾਲ ਪੁਰਖ ਦੇ ਦਰ ਦੀਆਂ ਬਾਤਾਂ ਸਾਨੂੰ ਗੁਰਬਾਣੀ ਦੇ ਰੂਪ ਵਿੱਚ ਦੱਸੀਆਂ ਨੇ। ਜੋ ਗੁਰਬਾਣੀ ਵਿੱਚ ਸਾਨੂੰ ਦੱਸਿਆ ਉਹ ਅਕਾਲ ਪੁਰਖ ਦੇ ਦਰ 'ਤੇ ਜੋ ਬਾਤਾਂ ਹੁੰਦੀਆਂ ਨੇ ਨਾ, ਉਹਨਾਂ ਨੂੰ ਸਾਡੀ ਭਾਸ਼ਾ 'ਚ ਗੁਰੂ ਨਾਨਕ ਸਾਹਿਬ ਜੀ ਇਸ ਕਾਈਂਡ ਆਫ ਅ ਟਰਾਂਸਲੇਟਰ। ਜੋ ਉੱਥੇ ਅਕਾਲ ਪੁਰਖ ਦੇ ਦਰ 'ਤੇ ਹੁੰਦਾ ਉਹਦੀ ਭਾਸ਼ਾ ਹੋਰ ਹੈ। ਅਕਾਲ ਪੁਰਖ ਦੀ ਕੋਈ ਭਾਸ਼ਾ ਨਹੀਂ ਹੈਗੀ ਨਾ। ਉਹਦੀ ਭਾਸ਼ਾ ਕੀ? ਅਕਾਲ ਪੁਰਖ ਦੀ ਪਤਾ ਭਾਸ਼ਾ ਕਿਹੜੀ ਹੈ ਅਕਾਲ ਪੁਰਖ ਦੀ? ਪਿਆਰ। ਭਾਖਿਆ ਪਾਓ ਅਪਾਰ, ਪਿਆਰ ਦਾ ਭਰਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ। ਪਿਆਰ ਦੀ ਉਹ ਭਾਸ਼ਾ ਉਹਨਾਂ ਦੀ। ਅਤੇ ਉਹ ਭਾਸ਼ਾ ਜਿਹੜੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਸਾਨੂੰ ਗੁਰਬਾਣੀ ਗੁਰਮੁਖੀ ਵਿੱਚ ਸਾਨੂੰ ਲਿਖ ਕੇ ਦੇ ਦਿੱਤੀ ਹੈ। ਸੋ ਇਹ ਤਾਂ ਨਿਸ਼ਚਾ ਲਿਆਈਏ ਅਤੇ ਜਿਵੇਂ ਜਿਵੇਂ ਗੁਰਬਾਣੀ 'ਤੇ ਸਾਡਾ ਨਿਸ਼ਚਾ ਬਣੇਗਾ ਸਾਨੂੰ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਬਣਦਾ ਜਾਏਗਾ। ਕੋਈ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਕਰਕੇ ਪ੍ਰਗਟ ਕਰਕੇ ਨਹੀਂ ਦਿਖਾ ਸਕਦਾ। ਉਹਨਾਂ ਨੇ ਪ੍ਰਗਟ ਹੋਣਾ ਸਾਡੇ ਅੰਦਰੋਂ ਹੀ, ਸਾਡੇ ਅੰਦਰੋਂ ਹੀ ਪ੍ਰਗਟ ਹੋਣਾ ਅਤੇ ਅੰਦਰ ਹੀ ਬੈਠੇ ਨੇ। ਅਸੀਂ ਹੀ ਸਾਡੀ ਜਿਹੜੀ ਦੁਬਿਧਾ ਹੈ ਕਿ ਉਹਨੂੰ ਸਾਨੂੰ ਲੁਕੋ ਕੇ ਬੈਠੀ ਹੋਈ ਹੈ, ਇਹ ਦੁਬਿਧਾ ਖਤਮ ਕਰਨੀ ਹੈ ਅਤੇ ਅਕਾਲ ਪੁਰਖ ਜੀ ਰੀਅਲ ਦਿਖਣੇ ਸ਼ੁਰੂ ਹੋ ਜਾਣਗੇ। ਖਾਲਸਾ ਰਾਜ ਕਦੋਂ ਹੋਏਗਾ? When will ਖਾਲਸਾ ਰਾਜ happen again? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੰਤ ਅਤਰ ਸਿੰਘ ਹੋਏ ਆ ਅਤੇ ਉਹਨਾਂ ਕੋਲ ਕਿਸੇ ਨੌਜਵਾਨ ਨੇ ਕੁਐਸਚਨ ਪੁੱਛਿਆ ਕਿ ਖਾਲਸਾ ਰਾਜ ਕਦੋਂ ਹੋਏਗਾ। ਅਤੇ ਕਹਿੰਦੇ ਕਿ ਤੁਸੀਂ ਸੰਤ ਬਣੇ ਆ, ਖਾਲਸਾ ਰਾਜ ਦੇ ਕੁਛ ਕਰ ਨਹੀਂ ਰਹੇ, ਅਤੇ ਦੱਸੋ ਕਿੱਦਾਂ ਬਣੇਗਾ, ਹੈ ਨਾ। ਅਤੇ ਉਹ ਯੂਪੀ ਵਿੱਚ ਗਏ ਸੀਗੇ ਅਤੇ ਯੂਪੀ ਵਿੱਚ ਉਹਨਾਂ ਨੇ ਨਾ ਆਪਣੇ ਪੰਜਾਬੀਆਂ ਨੇ ਜ਼ਮੀਨਾਂ ਲਈਆਂ ਸੀ। ਤਕੜੇ ਤਕੜੇ ਲੋਕ ਉੱਥੇ ਰਹਿੰਦੇ ਸੀ ਉਹਨਾਂ ਦਿਨਾਂ 'ਚ, ਬਹੁਤ ਜ਼ਮੀਨਾਂ ਸੀ ਉਹਨਾਂ ਦੀਆਂ। ਅਤੇ ਉਹ ਉੱਥੇ ਜਾ ਕੇ ਉਹ ਕਹਿੰਦੇ ਕਿ ਨਾ ਮੈਂ ਉਸ ਦੇ ਘਰੋਂ ਲੰਗਰ ਛਕਣਾ ਆ, ਪ੍ਰਸ਼ਾਦਾ, ਜਿਨ੍ਹਾਂ ਦੇ ਘਰ ਸ਼ਰਾਬ ਨਾ ਹੋਵੇ। ਅਤੇ ਉਹ ਇੱਕ ਦੂਜੇ ਨੂੰ ਪੁੱਛਣ ਲੱਗ ਪਏ, ਤੁਹਾਡੇ ਇਹਨਾਂ ਦੇ ਸਾਰਿਆਂ ਦੇ ਸ਼ਰਾਬ। ਅਤੇ ਉਹ ਫਿਰ ਉਹਨਾਂ ਨੇ ਉਹੀ ਗੱਲ ਕਹੀ ਸੀ, ਕਹਿੰਦੇ ਕਿ ਜਦੋਂ ਸਿੱਖਾਂ ਦੇ ਘਰ 'ਚ ਨਸ਼ੇ ਨਹੀਂ ਹੋਣਗੇ ਅਤੇ ਉਹਨਾਂ ਦੇ ਘਰ ਨਾਮ ਬਾਣੀ ਦਾ ਪ੍ਰਵਾਹ ਹੋਏਗਾ, ਜਦੋਂ ਅੰਮ੍ਰਿਤ ਵੇਲੇ ਉਹਨਾਂ ਦੇ ਘਰ ਪਾਣੀ ਡੁੱਲਣ ਦੀ ਆਵਾਜ਼ ਆਏਗੀ, ਮਤਲਬ ਇਸ਼ਨਾਨ ਕਰਨ ਦੀ ਆਵਾਜ਼ਾਂ ਆਉਣਗੀਆਂ, ਅਤੇ ਉਦੋਂ ਖਾਲਸਾ ਰਾਜ ਹੋ ਜਾਏਗਾ। ਇੱਕ ਦੋ ਬਸ ਅਖੀਰਲੇ ਸਵਾਲ ਸੀਗੇ। ਇੱਕ ਬੇਸਿਕ ਕੁਐਸਚਨ ਸੀਗਾ, ਲਾਈਕ ਵਾਟਸ ਦ ਲਿੰਕ ਬਿਟਵੀਨ ਲਾਈਕ ਕਿ ਸਾਰਾ ਕੁਛ ਲਿਖਿਆ ਹੋਇਆ ਹੈਗਾ ਆ ਪਰ ਗੁਰੂ ਜੀ ਫਿਰ ਵੀ ਕਹਿੰਦੇ ਸਾਨੂੰ ਉਦਮ ਕਰਨਾ ਆ। It's like we are playing a part in a drama. ਠੀਕ ਹੈ ਜੀ, ਇੱਕ ਡਰਾਮਾ ਇੱਕ ਤੁਸੀਂ ਇਨਵਿਜ਼ਨ ਕਰੋ ਵੀ ਇੱਕ ਡਰਾਮਾ ਹੈਗਾ, ਉਸ ਡਰਾਮਾ ਦੇ ਵਿੱਚ there are different roles. Okay, so you're chosen for a role, then there's a director who gives you a script. ਇਹ ਸਕ੍ਰਿਪਟ ਹੈਗੀ ਆ, ਇਹ ਤੁਹਾਡਾ ਰੋਲ ਹੈ,
ਇਹ ਸਿਚੁਏਸ਼ਨ ਹੈਗੀ ਹੈ, ਇਸ ਤਰ੍ਹਾਂ ਤੁਸੀਂ ਬੋਲਣਾ, ਇਹ ਮੂਡ ਹੈ, ਇੱਥੋਂ ਚੱਲ ਕੇ ਤੁਸੀਂ ਉੱਥੇ ਤੱਕ ਤੁਰ ਕੇ ਜਾਣਾ। ਹੀ ਕੀਪਸ ਦ ਹੋਲ ਡਾਇਰੈਕਸ਼ਨ, ਹੋਰ ਸਕਰੀਨ ਪਲੇ। ਨਾਓ ਦੇਰ ਇਜ਼ ਅ ਡਿਫਰੈਂਸ ਨਾ, ਮੈਂ ਉਹੀ ਰੋਲ ਕਰਾਂਗਾ, ਇਟ ਵਿਲ ਬੀ ਡਿਫਰੈਂਟ, ਹੀ ਡਜ਼ ਇਟ ਵਿਲ ਡਿਫਰੈਂਟ। ਉਹ ਕਰਨਗੇ, ਜਿਹੜਾ ਜਿੰਨਾ ਵਧੀਆ ਐਕਟਰ ਹੋਏਗਾ ਓਨਾ ਵਧੀਆ ਰੋਲ ਕਰੇਗਾ, ਹੈ ਨਾ। ਫਰਕ ਕੀ ਸੀਗਾ? ਫਰਕ ਕੁਛ ਨਹੀਂ ਹੈਗਾ। ਮੈਂ ਡਾਇਰੈਕਟਰ ਦੇ ਕਹੇ ਦੇ ਉੱਤੇ ਮੈਂ ਵੀ ਐਕਸ਼ਨ ਕੀਤਾ, ਇਹਨਾਂ ਨੇ ਵੀ ਕੀਤਾ, ਉਹਨਾਂ ਨੇ ਵੀ ਕੀਤਾ, ਜਿਹਨੇ ਸਭ ਤੋਂ ਵਧੀਆ ਕੀਤਾ ਉਹਨੇ ਵੀ ਕੀਤਾ, ਪਰ ਦੇਰ ਵਾਜ਼ ਸਮ ਡਿਫਰੈਂਸ, ਹੈ ਨਾ। ਹਰੇਕ ਨੇ ਆਪਣੇ ਵੱਲੋਂ ਕੁਝ ਡਿਫਰੈਂਟ ਉਦਮ ਕੀਤਾ ਉਸ ਕੰਮ ਕਰਨ ਵਾਸਤੇ, ਹੈ ਨਾ। ਵੀ ਹੈਵ ਅ ਚੋਇਸ। ਸਾਨੂੰ ਇੱਕ ਡਾਇਰੈਕਸ਼ਨ ਮਿਲੀ ਹੈ ਅਤੇ ਨਾਲ ਸਾਨੂੰ ਥੋੜ੍ਹਾ ਸਾਨੂੰ ਪਲੇ ਸਪੇਸ ਵੀ ਮਿਲਿਆ। ਵੀ ਗਿਵਨ ਦਿਸ ਬੁੱਧੀ, ਇਸ ਬੁੱਧੀ ਦੇ ਨਾਲ ਅਸੀਂ ਡਿਸਾਈਡ ਵੀ ਕਰਨਾ ਕੀ ਚੰਗਾ ਕੀ ਮਾੜਾ। ਸੋ ਇੱਕ ਨੇ ਬਹੁਤ ਜਾਨ ਮਾਰੀ ਉਹਨੇ ਆਪਣੇ ਐਕਸ਼ਨ ਦੇ ਵਿੱਚ, ਆਪਣੇ ਰੋਲ ਦੇ ਵਿੱਚ, ਉਹ 'ਚ ਇਮੋਸ਼ਨਸ ਫੁੱਲ ਪਾਏ, ਹੈ ਨਾ। ਐਂਡ ਹੀ ਬਿਕੇਮ ਦ ਫੇਵਰੇਟ ਆਫ ਦ ਡਾਇਰੈਕਟਰ, ਹੈ ਨਾ। ਉਹਨੇ ਕਿਹਾ, ਡਾਇਰੈਕਟਰ ਕਹਿੰਦਾ ਇਹ ਬਹੁਤ ਪਿਆਰਾ ਐਕਟਰ ਹੈਗਾ, ਇਹਨੂੰ ਮੈਂ ਜੋ ਬੋਲਿਆ ਉਸ ਤੋਂ ਵੱਧ ਕੀਤਾ ਇਹਨੇ, ਹਾਂ। ਸੋ ਇਸ ਤਰ੍ਹਾਂ ਹੀ ਸਾਡੇ ਜੇ ਕਰਮ ਨੇ, ਅਸੀਂ ਆਏ ਹਾਂ ਸੰਸਾਰ ਵਿੱਚ, ਸਾਡੇ ਕਰਮ ਲਿਖੇ ਹੋਏ ਨੇ, ਅਸੀਂ ਨਾਲ ਕੁਛ ਆਪਣੇ ਸੰਚਿਤ ਕੀਤੇ ਹੋਏ ਨੇ, ਕੁਛ ਅਕਾਲ ਪੁਰਖ ਦੇ ਹੁਕਮਾਂ ਨਾਲ ਸਾਡੇ ਆਏ ਨੇ, ਉਹ ਨਾਲ ਨੇ। ਪਰ ਸਾਨੂੰ ਨਾਲ ਗੁਰਬਾਣੀ ਦੀ ਸੇਧ ਵੀ ਬਖਸ਼, ਰੋਸ਼ਨੀ ਦਿੱਤੀ ਹੈ, ਇੱਕ ਟਾਰਚ ਦੇ ਦਿੱਤੀ ਹੈ ਹਨੇਰੇ ਵਿੱਚੋਂ। ਤੁਸੀਂ ਇਸ ਲਾਈਟ ਨਾਲ ਦੇਖ ਸਕਦੇ ਹੋ। ਵੀ ਹੈਵ ਸਰਟਨ ਚੋਇਸਿਸ ਟੂ ਮੇਕ, ਹੈ ਨਾ। ਉਹ ਚੋਇਸ ਆਪਾਂ ਚੰਗੇ ਬੁਰੇ ਦਾ ਸਾਨੂੰ ਮਹਾਰਾਜ ਨੇ ਗਿਆਨ ਬਖਸ਼ਿਆ, ਗੁਰਬਾਣੀ ਦੀ ਸੇਧ ਸਾਨੂੰ ਬਖਸ਼ ਦਿੱਤੀ ਹੈ। ਹੁਣ ਉਹਦੇ ਰੋਸ਼ਨੀ ਵਿੱਚ ਅਸੀਂ ਚੰਗਾ ਬੁਰਾ ਜੋ ਸਾਡੇ ਵਾਸਤੇ ਉਹ ਡਿਸਾਈਡ ਕਰਕੇ ਅਸੀਂ ਚੰਗੇ ਵੱਲ ਤੁਰਨਾ। ਜੋ ਗੁਰੂ ਕਹਿੰਦਾ ਹੈ, ਜੋ ਗੁਰ ਕਹੇ ਸੋਈ ਭਲ ਮਾਨੋ, ਹੈ ਨਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਹਾਂਜੀ, ਗੁਰੂ ਦੀ ਦੱਸੀ ਹੋਈ ਚਾਲ 'ਤੇ ਚੱਲਣਾ, ਹਾਂਜੀ। ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜਿਹੜਾ ਗੁਰੂ ਕਹਿੰਦਾ ਉਹ ਕੰਮ ਕਰੋ, ਜੋ ਗੁਰੂ ਨੇ ਕਿਹਾ ਹੈ ਉਸ ਤੋਂ ਭੱਜੋ ਨਾ, ਭੱਜਣਾ ਨਹੀਂ, ਉਸ ਤੋਂ ਦੂਰ ਨਹੀਂ ਜਾਣਾ। ਗੁਰ ਕੀ ਕਰਨੀ ਕਾਹੇ ਧਾਵੋ, ਉਹ ਤੋਂ ਦੂਰ ਨਹੀਂ ਜਾਣਾ। ਜਿਵੇਂ ਗੁਰੂ ਨੇ ਕਿਹਾ ਉਸ ਤੋਂ ਭੱਜਣਾ ਨਹੀਂ ਹੈ, ਗੁਰੂ ਦਾ ਦੱਸਿਆ ਕੰਮ ਕਰਨਾ ਹੈ। ਐਡੀ ਵੱਡੀ ਸਾਨੂੰ ਸਖਤ ਹਿਦਾਇਤ ਮਿਲ ਗਈ ਹੈ। ਪਰ ਅਸੀਂ ਜਦੋਂ ਉਹ ਗੁਰੂ ਦੇ ਕਹੇ ਤੋਂ ਦੂਰ ਜਾਂਦੇ ਹਾਂ, ਫਿਰ ਅਸੀਂ ਕਰਮਾਂ ਦੇ ਲੇਖਿਆਂ 'ਚ ਹੋਰ ਵੱਧਦੇ ਹਾਂ। ਸਾਡੇ ਕਰਮ ਜਿਹੜੇ ਨੇ ਕੱਟਣੇ ਸੀਗੇ, ਅਸੀਂ ਹੋਰ ਕਰਮ ਐਡ ਕਰਦੇ ਜਾਂਦੇ ਹਾਂ। ਸੋ ਕਰਮ ਫਿਲਾਸਫੀ ਹੈਗੀ ਹੈ, ਕਰਮਾਂ ਦਾ ਨਿਬੇੜਾ। ਇਹ ਕਰਮ ਅਸੀਂ ਲੈ ਕੇ ਆਏ ਹਾਂ, ਕੁਛ ਅਸੀਂ ਇੱਥੇ ਬਣਾਉਂਦੇ ਹਾਂ, ਕੁਛ ਅਸੀਂ ਕੱਟਦੇ ਹਾਂ, ਚੰਗੇ ਕਰਮ ਕਰਕੇ ਕੱਟਦੇ ਹਾਂ, ਕੁਛ ਅਸੀਂ ਮਾੜੇ ਕਰਕੇ ਐਡ ਕਰ ਦਿੰਦੇ ਹਾਂ। ਸੋ ਪਰ ਐਂਡ ਆਫ ਦਾ ਡੇ ਜਦੋਂ ਅਕਾਲ ਪੁਰਖ ਸਾਡੇ 'ਤੇ ਕਿਰਪਾ ਕਰਦੇ ਨਾ, ਅਸੀਂ ਹੈਗੇ ਹਾਂ। ਅਤੇ ਮਾਇਆ ਦੇ 3 ਗੁਣ ਨੇ, ਰਜਗੁਣ, ਤਮ ਗੁਣ, ਸਤ ਗੁਣ। ਇਹ 3 ਗੁਣਾਂ ਵਿੱਚ ਅਸੀਂ ਵਿਚਰਦੇ ਹਾਂ। ਰਜਗੁਣ ਕੀ ਹੈਗਾ, ਤਮ ਗੁਣ ਕੀ ਹੈਗਾ? ਬਿਲਕੁਲ ਹਨੇਰਾ, ਤਮ ਇਜ਼ ਅੰਧਕਾਰ, ਹੈ ਨਾ, ਡਾਰਕਨੈਸ, ਵੇ ਵੀ ਹੈਵ ਨੋ ਨੌਲੇਜ, ਵੀ ਹੈਵ ਨਥਿੰਗ, ਵੀ ਆਰ ਜਸਟ ਫੋਕਸਿੰਗ ਔਨ ਵਾਟ ਇਜ਼ ਗੁੱਡ, ਵਾਟ ਇਜ਼ ਨੀਡਿਡ ਫॉर ਅਸ, ਹੈ ਨਾ। ਜਿਵੇਂ ਕੀੜਾ ਪੰਛੀ ਹੈਗਾ, ਮੂਰਖ ਬੰਦਾ ਹੈਗਾ, ਉਹਨੇ ਆਪਣਾ ਰੋਜ਼ ਰੋਟੀ ਬਣਾਉਣੀ ਹੈ, ਖਾ ਲੈਣੀ ਹੈ, ਇਸ ਤਰ੍ਹਾਂ ਕਰਕੇ ਕਰੀ ਜਾਣਾ, ਹੈ ਨਾ। ਦੂਜਾ ਹੈਗਾ ਰਜਗੁਣ, ਉਹਨੂੰ ਪਤਾ ਲੱਗ ਗਿਆ ਵੀ ਮੇਰੇ ਇੱਕ ਵਾਸਤੇ ਇਹ ਚੀਜ਼ਾਂ ਮੇਰੀਆਂ ਚੰਗੀਆਂ ਨੇ, ਮਾਇਆ ਮੇਰੇ ਵਾਸਤੇ, ਔਰ ਉਹਨੂੰ ਫਿਰ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ। ਸੋ ਜੇ ਅਸੀਂ ਇੱਕ ਪਾਵਰ ਵਾਲੀ ਪੋਜੀਸ਼ਨ 'ਤੇ ਪਹੁੰਚ, ਸਾਡੇ ਰਜਗੁਣ ਵੀ ਆ ਜਾਂਦਾ। ਅਸੀਂ ਵੀ ਸਟਾਰਟ ਐਕੂਮੂਲੇਟਿੰਗ ਦਾ ਮਟੀਰੀਅਲ, ਹੈ ਨਾ, ਪੈਸਾ, ਸਮਾਨ ਅਸੀਂ ਇਕੱਠਾ ਕਰਨਾ ਸ਼ੁਰੂ ਕਰਦੇ। ਸਤਗੁਣ ਹੈਗਾ, ਅਸੀਂ ਸਮਾਨ ਵੀ ਇਕੱਠਾ ਕਰ ਲਿਆ, ਦੈਨ ਵੀ ਸਟਾਰਟ ਡੂਇੰਗ ਸਮ ਗੁੱਡ ਡੀਡਸ, ਅਸੀਂ ਪੁੰਨ ਕਰਨ ਲੱਗ ਪੈਂਦੇ ਹਾਂ। ਪਰ ਉਸ ਪੁੰਨ ਦੇ ਵਿੱਚ ਵੀ ਸਾਡੀ ਲਾਲਚ ਹੁੰਦਾ ਹੈ, ਉਹਦੇ ਵਿੱਚ ਲਾਲਚ ਹੁੰਦਾ, ਮੈਂ ਪੁੰਨ ਕਰਾਂਗਾ ਮੈਨੂੰ ਫਲ ਮਿਲੇਗਾ। ਅਸੀਂ ਪੁੰਨ ਦਾਨ ਕਰਦੇ ਹਾਂ, ਅਸੀਂ ਡੋਨੇਟ ਕਰਦੇ ਹਾਂ, ਐਂਡ ਦੈਨ ਵੀ ਲੁੱਕ ਬੈਕ ਵੀ ਓਕੇ, ਸਾਨੂੰ ਇਹਦਾ ਪਿੱਛੇ ਕੁਛ ਨਾ ਕੁਛ ਫਲ ਮਿਲ ਜਾਏਗਾ। ਅੱਜ ਕੱਲ੍ਹ ਤਾਂ ਸਾਨੂੰ ਜਿਹੜਾ ਚੈਰਿਟੀ ਦਾ ਸਰਟੀਫਿਕੇਟ ਵੀ ਮਿਲ ਜਾਂਦਾ ਨਾ, ਉਹਦਾ ਟੈਕਸ ਬੈਨੀਫਿਟ ਵੀ ਮਿਲ ਜਾਂਦਾ, ਹੈ ਨਾ, ਡੋਨੇਟ ਕਰਨ ਦਾ। ਸੋ ਵੀ ਲੁੱਕ ਅਰਾਊਂਡ ਵੀ ਕਿਹੜੀ ਚੈਰਿਟੀ ਤੋਂ ਸਾਨੂੰ ਟੈਕਸ ਮਿਲੇਗਾ, ਅਸੀਂ ਉੱਥੇ ਦੇ ਦਿੰਦੇ ਹਾਂ, ਹੈ ਨਾ। ਸੋ ਦਿਸ ਇਜ਼ ਆਲ ਹੈਪਨਿੰਗ। ਅਸੀਂ ਸਤਗੁਣ ਕਰ ਰਹੇ ਹਾਂ, ਚੰਗਾ ਕੰਮ ਵੀ ਕਰ ਰਹੇ ਹਾਂ, ਪਰ ਉਹਦੇ 'ਚ ਅਸੀਂ ਆਪਣਾ ਭਲਾ ਵੀ ਮੰਨਦੇ ਹਾਂ, ਵਾਹ ਵੀ ਲੋਚਦੇ ਹਾਂ ਵੀ ਓਕੇ ਸਮਬਡੀ ਵਿਲ ਟੈਲ ਮੀ ਓਕੇ ਯੂ ਡਨ ਗੁੱਡ ਜੋਬ, ਹੈ ਨਾ, ਭਲਾ ਕੀਤਾ ਯਾਰ, ਇਹ ਬੰਦਾ ਬੋਲਦਾ ਹੀ ਨਹੀਂ ਪਿਆ, ਮੈਂ ਭਲਾ ਕੀਤਾ, ਇਹਦੀ ਹੈਲਪ ਕੀਤੀ, 10 ਬੰਦਿਆਂ ਨੂੰ ਦੱਸਦਾ ਕਿਉਂ ਨਹੀਂ ਪਿਆ। ਤਾਂ ਬੈਕ ਆਫ ਦਾ ਮਾਈਂਡ ਸਾਡੇ ਇਹ ਵੀ ਹੁੰਦਾ। ਸੋ ਸਤਗੁਣ ਦੇ ਵਿੱਚ ਆ ਗਿਆ, ਚੰਗਾ ਕਰ ਰਹੇ ਹਾਂ ਪਰ ਸਟਿਲ ਵੀ ਆਰ ਇਨ ਦਾ ਮਾਇਆ, ਹੈ ਨਾ। ਅਤੇ ਇਹਦੇ ਵਿੱਚ ਅਸੀਂ ਘੁੰਮਦੇ ਰਹਿੰਦੇ ਹਾਂ, ਤਿੰਨਾਂ ਵਿੱਚ ਹੀ, ਰਜਗੁਣ, ਤਮਗੁਣ, ਸਤਗੁਣ। ਇਹਦੇ ਵਿੱਚ ਅਸੀਂ ਕਰਮਾਂ ਦਾ ਸਾਡੇ ਨਾਲ ਲੇਖਾ ਜੋਖਾ ਚੱਲਦਾ ਰਹਿੰਦਾ। ਜਦ ਤੱਕ ਚੌਥਾ ਪਦ ਹੈਗਾ ਜਿਹੜਾ ਇਹ ਤੋਂ ਉੱਪਰ ਹੋ ਜਾਂਦਾ, ਉਹਨੂੰ ਚੌਥਾ ਪਦ ਕਹਿੰਦੇ, ਤੁਰਿਆ ਅਵਸਥਾ ਕਹਿੰਦੇ ਆ। ਉਹਦੇ ਵਿੱਚ ਕੀ ਹੈ, ਉਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੋ ਜਾਂਦਾ ਹੈ। ਜਿਹੜੀ ਜੀਵ ਹੈਗਾ ਨਾ, ਜਿਹੜਾ ਉਹ ਜਿਹੜੀ ਆਤਮਾ ਹੈ, ਜਿਹੜਾ ਉਹ ਮਹਾਂਪੁਰਖ ਨੇ, ਜਿਹੜੇ ਗੁਰਮੁਖ ਰੂਹਾਂ ਨੇ, ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੋ ਜਾਂਦੀਆਂ। ਉਹ ਰਹਿੰਦੀਆਂ ਇਹਨਾਂ ਵਿੱਚ ਹੀ ਨੇ, ਸੰਸਾਰ ਵਿੱਚ ਨੇ, ਪਰ ਉਹਨਾਂ ਨੂੰ ਪਤਾ ਹੈ ਵੀ ਨਾ ਮੈਂ ਇਕੱਠਾ ਕਰਨਾ ਹੈ। ਜਦੋਂ ਪੁੰਨਦਾਨ ਕਰਦੇ ਨੇ, ਉਸ ਪੁੰਨਦਾਨ ਵਿੱਚ ਉਹਨਾਂ ਦੀ ਕੋਈ ਲਾਲਸਾ ਨਹੀਂ ਹੁੰਦੀ, ਉਹ ਸਹਿਜ ਸੁਭਾਏ ਪੁੰਨਦਾਨ ਹੋ ਰਿਹਾ ਹੁੰਦਾ। ਕਿਸੇ ਦੀ ਮਦਦ ਕਰ ਰਹੇ ਹੁੰਦੇ ਨੇ, they don't do it out of compulsion, out of will, it happens automatically, it becomes their habit, it becomes a part of life, ਹੈ ਨਾ। ਉਹ ਸਤਗੁਣ ਹੈਗੀ ਹੈ। ਪਰ ਉਹ ਜਿਹੜਾ ਸਤਗੁਣੀ ਵਾਲਾ ਉਹ ਖਾਂਦਾ ਵੀ ਹੈ,
ਉਹ ਘਰ ਦੀ ਨੌਕਰੀਆਂ ਵੀ ਕਰਦਾ, ਉਹ ਮਨੀ ਆਉਂਦੀ, ਉਹ ਮਨੀ ਜਮ੍ਹਾਂ ਵੀ ਹੁੰਦੀ ਹੈ, ਪਰ ਉਹ ਮਨੀ ਦੇ ਨਾਲ ਉਹ ਜੁੜਿਆ ਨਹੀਂ ਹੁੰਦਾ। ਹਾਂਜੀ, ਜਿਵੇਂ ਮੈਂ ਲਕਸ਼ੀ ਸ਼ਾਹ ਬੰਜਾਰਾ ਜੀ ਦੀ ਗੱਲ ਕੀਤੀ ਸੀਗੀ, ਉਹਨਾਂ ਕੋਲ ਇੰਨਾ ਧਨ ਅਸਬਾਬ ਸੀਗਾ, ਪਰ ਜਦੋਂ ਉਹਨਾਂ ਨੂੰ ਵਾਰੀ ਆਈ ਗੁਰੂ 'ਤੇ ਨਿਸ਼ਾਵਰ ਕਰਨ ਦੀ, ਉਹਨਾਂ ਨੇ ਸਾਰਾ ਕੁਛ ਜ਼ੀਰੋ ਕਰ ਲਿਆ, ਹੈ ਨਾ। He was one of the rich, he was the most rich person, the richest person in India at that time, but he sacrificed everything at the Guru's name, ਹੈ ਨਾ। ਇਸ ਤਰ੍ਹਾਂ ਇਹ ਹੋ ਗਿਆ ਸਤਗੁਣ ਦੇ ਵਿੱਚ, ਕਿਉਂ ਮਾਇਆ ਦੀ ਪਕੜ ਨਹੀਂ ਉਹਨਾਂ ਨੂੰ। ਉੱਥੇ ਆ ਕੇ ਅਸੀਂ ਕਰਮਾਂ ਤੋਂ ਵੀ ਸਾਡੇ ਲੇਖੇ ਖਤਮ ਹੋ ਜਾਂਦੇ ਨੇ, ਅਸੀਂ ਨਿਹਕਰਮ ਹੋ ਜਾਂਦੇ ਹਾਂ। ਉਦੋਂ ਫਿਰ ਉਹ ਜਿਹੜੀ ਅਵਸਥਾ ਹੈਗੀ ਹੈ, ਸਾਨੂੰ ਉੱਥੇ ਪਹੁੰਚਣਾ ਹੈ, ਉਹਦੇ ਸਾਨੂੰ ਐਫਰਟ ਕਰਨੀ ਹੈ। ਉਹ ਐਫਰਟ ਸਾਨੂੰ ਜਿਹੜੀ ਗੁਰੂ ਮਹਾਰਾਜ ਬਖਸ਼ਦੇ ਨੇ, ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਅਤੇ ਗੁਰੂ ਮਹਾਰਾਜ ਸਾਨੂੰ ਰਹਿਤ ਬਖਸ਼ਦੇ ਨੇ, ਸਾਨੂੰ ਨਿਤਨੇਮ ਬਖਸ਼ਦੇ ਨੇ, ਉਹਦੇ ਉੱਤੇ ਅਸੀਂ ਆਪਣਾ ਜੀਵਨ ਢਾਲਣਾ, ਆਪਣੇ ਜੀਵਨ ਦੇ ਵਿੱਚ ਸੱਚ ਲਿਆਉਣਾ। ਸੱਚ ਮੈਂ ਸਾਚ ਸਮਾਏ, ਉਹ ਸੱਚ ਹੈ, ਉਹਦੇ ਵਿੱਚ ਸੱਚ ਹੀ ਸਮਾ ਸਕਦਾ। ਅਸੀਂ ਆਪਣੇ ਜੀਵਨ ਵਿੱਚ ਸੱਚ ਲਿਆ ਕੇ ਉਹ ਸੱਚ ਦੇ ਲੈਵਲ 'ਤੇ ਪਹੁੰਚਣਾ, ਤਾਂ ਕਿ ਸੱਚ ਇੱਕ ਹੋ ਜਾਵੇ, ਹੈ ਨਾ। ਅਤੇ ਇਹ ਸਾਡਾ ਕਰਮ ਸਾਨੂੰ ਕਰਨੇ ਜ਼ਰੂਰੀ ਨੇ। ਸ਼ਾਇਦ ਸਾਡੇ ਲੇਖ ਲਿਖੇ ਹੋਏ ਨੇ, ਪਰ ਸਾਨੂੰ ਐਫਰਟ ਉਹਦੇ ਵਾਸਤੇ ਕਰਦੇ ਰਹਿਣਾ, ਅਤੇ ਗੁਰੂ ਅੱਗੇ ਅਰਦਾਸ ਕਰਕੇ ਉਹ ਐਫਰਟ ਵਾਸਤੇ ਉਹਨਾਂ ਤੋਂ, ਗੁਰੂ ਤੋਂ ਅਸੀਂ ਤਾਕਤ ਮੰਗਣੀ ਹੈ, ਗੁਰੂ ਤੋਂ ਕਿਰਪਾ ਮੰਗਣੀ ਹੈ। ਮਹਾਰਾਜ, ਅਸੀਂ ਇਹ ਕਲਯੁਗ ਦੇ ਵਿੱਚ ਵਿਚਰਦੇ ਪਏ ਹਾਂ, ਸਾਡੇ ਦੁਆਲੇ ਪੰਜਾਂ ਦਾ ਜ਼ੋਰ ਹੈ, ਸਾਡੇ ਦੁਆਲੇ ਮਾਇਆ ਦਾ ਜ਼ੋਰ ਹੈ, ਸਾਡੇ ਦੁਆਲੇ ਹਰ ਪ੍ਰਕਾਰ ਦੇ ਲੋਭ ਲਾਲਚ ਹੈਗਾ, ਸਾਡੇ ਕੋਲ ਮੋਹ ਦਾ ਇੰਨਾ ਪਸਾਰਾ ਹੈਗਾ। ਮਹਾਰਾਜ, ਤੁਸੀਂ ਸਾਨੂੰ ਬਚਾਉਣਾ ਹੈ। ਇਸ ਤਰ੍ਹਾਂ ਕਰਦੇ ਕਰਦਿਆਂ ਗੁਰੂ ਦੀ ਓਟ ਲੈ ਕੇ ਅਸੀਂ ਉਹ ਚੰਗੇ ਕਰਮ ਜਿਹੜੇ ਗੁਰੂ ਨੇ ਸਾਨੂੰ ਆਖੇ ਨੇ ਉਹ ਕਰਨੇ ਨੇ। ਉਹ ਕਰਨਾ ਉਦਮ ਸਾਡਾ, ਉਦਮ ਕਰੋ ਕਰਾਵੋ ਠਾਕੁਰ ਨਾਲ। ਫਿਰ ਇਹ ਕਹਿੰਦਾ, ਉਦਮ ਕਰੋ ਕਰਾਵੋ ਠਾਕੁਰ, ਬੇਖਤ ਸਾਧੂ ਸੰਗ, ਹਰ ਹਰ ਨਾਮ ਚੜਾਵੋ ਰੰਗਨ, ਆਪੇ ਹੀ ਪ੍ਰਭ ਰੰਗਨ। ਉਦਮ ਕੀਆ ਕਰਿਆ, ਕਰਨਾ ਪਏਗਾ, ਕਰਾਇਆ, ਨਾਲ ਕਹਤਾ ਕਰਾਤਾ ਗੁਰੂ ਨੇ। ਉਦਮ ਕੀਆ ਕਰਾਇਆ, ਆਰੰਭ ਰਚਾਇਆ, ਹੈ ਨਾ। ਮਹਾਰਾਜ ਨੇ ਫਿਰ ਸਾਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਨਾਮ ਜਪੇ ਜਪ ਜੀਵਨਾ, ਗੁਰਮੰਤ ਦ੍ਰਿੜਾਇਆ। ਜਦੋਂ ਨਾਮ ਜਪ ਕੇ ਸਭ ਜੀਵਨ ਦਾ ਆਧਾਰ ਬਣ ਜਾਏਗਾ, ਉਹ ਨਾਮ ਦ੍ਰਿੜ ਹੋ ਜਾਣਾ। ਜਦੋਂ ਨਾਮ ਦ੍ਰਿੜ ਹੋ ਗਿਆ, ਫਿਰ ਤਾਂ ਨਾਮ ਦੇ ਵਿੱਚ ਸਮਾ ਗਏ, ਹੈ ਨਾ। ਇਹ ਸਾਡੇ ਜੀਵਨ ਦੀ, ਇਸ ਕਰਕੇ ਉਦਮ ਹਰ ਥਾਂ 'ਤੇ ਮਹਾਰਾਜ ਨੇ ਸਾਨੂੰ ਹੁਕਮ ਕੀਤਾ। ਉਦਮ ਕਰੇ ਹੁੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਨਾਨਕ ਨਾਮ ਧਿਆਏ ਤੂੰ ਨਾ ਧਿਆਇਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਧਿਆਇਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨਾ ਪਏਗਾ, ਇਹ ਹੁਕਮ ਹੈ, ਔਰ ਇਹ ਗੁਰੂ ਦਾ ਹੁਕਮ ਬਣ ਕੇ ਅਸੀਂ ਕਰਨਾ। ਜੇ ਅਸੀਂ ਇਹ ਸੋਚ ਕੇ ਵੀ ਕਰਮ ਲਿਖੇ ਹੋਏ ਨੇ ਅਸੀਂ ਬਿਲਕੁਲ ਬਹਿ ਜਾਵਾਂਗੇ, ਫਿਰ ਦੈਨ ਵੀ ਆਰ ਨਾਟ ਫੋਲੋਇੰਗ ਗੁਰੂਜ਼ ਹੁਕਮ। ਅਖੀਰਲਾ ਸਵਾਲ ਹੈਗਾ ਭਾਈ ਮਾਸਟਰ ਗੁਰਦਿਆਲ ਸਿੰਘ। ਇੱਕ ਸਵਾਲ ਸੀਗਾ ਕਿ ਇੱਕ ਫਰੈਂਡਸ਼ਿਪ ਟੁੱਟ ਗਿਆ ਅਤੇ ਉਹਦੇ ਨਾਲ ਬਹੁਤ ਦੁੱਖ ਮਹਿਸੂਸ ਹੋਇਆ ਸੀਗਾ, ਅਤੇ ਉਹਦਾ ਫਿਰ ਕੀ ਹੱਲ ਹੈਗਾ? ਇਹ ਦੋ ਗੁਰਸਿੱਖਾਂ ਦੀ ਗੱਲ ਹੈ ਕਿ ਹਾਂਜੀ? ਬਾਣੀ ਅਨੁਸਾਰ ਜਿਹੜੀ ਦੋਸਤੀ ਹੈ ਨਾ ਜੀ, ਦੋਸਤੀ ਵਿਚਾਰਾਂ ਦੀ ਦੋਸਤੀ ਚਾਹੀਦੀ ਹੈ, ਸੰਸਕਾਰਾਂ ਦੀ ਦੋਸਤੀ ਚਾਹੀਦੀ ਹੈ। ਦੋਸਤੀ ਟੁੱਟਣ ਦਾ ਇੱਕ ਕਾਰਨ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਸਾਡੇ ਵਿਚਾਰ ਜਿਹੜੇ ਆ ਉਹਨਾਂ ਵਿੱਚ ਡਿਫਰੈਂਸ ਆ ਗਿਆ, ਸਾਡੇ ਸੰਸਕਾਰਾਂ 'ਚ ਡਿਫਰੈਂਸ ਆ ਗਿਆ, ਸਾਡੀ ਸੋਚ ਵਿੱਚ ਫਰਕ ਆ ਗਿਆ। ਤਾਂ ਗੁਰਬਾਣੀ ਜਿਹੜੀ ਹੈ ਸਾਨੂੰ ਸੇਧ ਦਿੰਦੀ ਹੈ। ਬਾਣੀ 'ਚ ਸ਼ਬਦ ਆਉਂਦਾ ਹੈ, ਗੁਣਾ ਕਹਾਵੇ ਵਾਸਲਾ, ਕੱਢ ਬਾਸ ਲਈਜੈ, ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ। ਗੁਣਾਂ ਦੀ ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਆਡੰਬਰ, ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈਜੈ। ਸੋ ਦੋਸਤੀ ਦੇ ਵਿੱਚ ਤਾਂ ਇਹ ਵੈਸੇ ਹੀ ਪ੍ਰਿੰਸੀਪਲ ਕੰਮ ਕਰਦਾ ਕਿ ਆਪਾਂ ਇੱਕ ਦੂਜੇ ਦੇ ਜਿਹੜੇ ਔਗਣ ਹੈਗੇ ਆ ਉਹ ਜੇ ਵੈਸੇ ਤਾਂ ਚਿਤਾਰਨੇ ਨਹੀਂ ਚਾਹੀਦੇ, ਜੇ ਚਿਤਾਰਨੇ ਆ ਤਾਂ ਉਹਦਾ ਢੰਗ ਹੈਗਾ ਪਿਆਰ ਸਹਿਤ ਅਗਲੇ ਨੂੰ ਬੇਨਤੀ ਕਰਨੀ। ਪਰਸਨਲ ਅਟੈਕ ਤਾਂ ਕਿਸੇ ਨੇ ਵੀ ਦੁਖਦਾ ਹੈ, ਜੇ ਸਿੱਧੀ ਗੱਲ ਕਰਦੇ ਹਾਂ ਆਪਾਂ, ਉਹ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਹੈ। ਸੋ ਜੇ ਦੋਸਤੀ ਟੁੱਟ ਗਈ ਹੈ ਤਾਂ ਉਹਨੂੰ ਦੁਬਾਰਾ ਜੋੜਨ ਦੇ ਵਾਸਤੇ ਬੜੇ ਰਸਤੇ ਨੇ। ਸੱਚੇ ਦਿਲੋਂ ਪਛਤਾਪ ਕਰੋ ਜੋ ਕੁਛ ਤੁਹਾਡੇ ਵਿੱਚ ਹੋ ਚੁੱਕਾ, ਮਿਸ ਹੈਪਨਿੰਗ ਹੋ ਗਈਆਂ ਨੇ, ਅਤੇ ਉਸ ਤੋਂ ਬਾਅਦ ਨਿਮਰਤਾ ਵਿੱਚ
ਬੇਨਤੀ ਕੀਤੀ ਜਾ ਸਕਦੀ ਹੈ ਆਪਣੇ ਦੋਸਤ ਮਿੱਤਰ ਨੂੰ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਵੀ ਸਾਡੇ ਨਾਲ ਨਾਰਾਜ਼ ਹੁੰਦੇ ਨੇ, ਚਾਹੇ ਸਾਨੂੰ ਇਸ ਬਾਰੇ ਘੱਟ ਗਿਆਨ ਹੈ, ਕਿਉਂਕਿ ਸਾਡੇ ਆਮ ਤੌਰ ਦਾਸ ਨੇ ਇਹ ਦੇਖਿਆ ਹੈ ਵੀ ਜਦੋਂ ਘਰ ਦੇ ਵਿੱਚ ਕੋਈ ਗੁਰੂ ਪਿਆਰਾ ਆ ਜਾਏ ਨਾ ਸ਼ਾਮ ਨੂੰ, ਤਾਂ ਸਾਰਾ ਪਰਿਵਾਰ ਸਾਵਧਾਨ ਹੋ ਜਾਂਦਾ ਹੈ ਵੀ ਭਾਈ ਹੁਣ ਸਵੇਰੇ ਟਾਈਮ ਸਿਰ ਉੱਠਣਾ ਵੀ ਹੈ, ਇਸ਼ਨਾਨ ਵੀ ਕਰਨਾ, ਨਿਤਨੇਮ ਵੀ ਕਰਨਾ, ਅਤੇ ਜੇ ਆਪਾਂ ਇਹ ਨਹੀਂ ਕਰਾਂਗੇ ਤਾਂ ਵੀ ਗੁਰਸਿੱਖ ਜਿਹੜੇ ਆਏ ਆ ਘਰ ਵਿੱਚ, ਇਹ ਸਾਨੂੰ ਕੀ ਕਹਿਣਗੇ, ਕੀ ਸੋਚਣਗੇ ਸਾਡੇ ਬਾਰੇ। ਸੋ ਸਾਡੀ ਪ੍ਰਵਿਰਤੀ ਇਹ ਬਣ ਚੁੱਕੀ ਹੈ ਕਿ ਅਸੀਂ ਉਸ ਗੁਰੂ ਕੋਲੋਂ, ਉਸ ਪਰਮਾਤਮਾ ਕੋਲੋਂ ਘੱਟ ਭੈ ਖਾਂਦੇ ਹਾਂ, ਜਦ ਕਿ ਬੰਦੇ ਕੋਲੋਂ ਜ਼ਿਆਦਾ। ਦਾਸ ਦੀ ਤਾਂ ਵੈਸੇ ਮੈਂ ਆਪਣੀ ਗੱਲ ਵੀ ਕਰ ਰਿਹਾ, ਅਸੀਂ ਵੀ ਵਿੱਚੇ ਹੀ ਹੈਗੇ ਹਾਂ। ਸੋ ਇਸ ਤਰ੍ਹਾਂ ਇਹ ਘਟਨਾ ਵਾਪਰਦੀ ਹੈਗੀ ਹੈ ਵੀ ਸਾਡਾ ਕੋਈ ਸੱਜਣ ਮਿੱਤਰ ਘਰ ਆਇਆ ਅਤੇ ਅਸੀਂ ਰਾਤ ਨੂੰ ਸਾਰੇ ਪਰਿਵਾਰ ਹੀ ਸਾਵਧਾਨ ਹੋ ਜਾਂਦੇ ਹਾਂ, ਅਤੇ ਜੇ ਉਹਨੂੰ ਪੂਰਾ ਟਾਈਮ ਨਹੀਂ ਦਿੱਤਾ, ਉਹਨੂੰ ਚੰਗਾ ਖਾਣਾ ਨਹੀਂ ਦਿੱਤਾ, ਸਾਡੇ ਮਨ ਵਿੱਚ ਪਰੇਸ਼ਾਨੀ ਰਹਿੰਦੀ ਹੈ ਜਾਂ ਚਿੰਤਾ ਰਹਿੰਦੀ ਹੈ। ਸੋ ਸੱਚੇ ਪਾਤਸ਼ਾਹ ਵੀ ਸਾਨੂੰ ਜਿੱਦਾਂ ਅਸੀਂ ਕੋਈ ਸੱਜਣ ਆਇਆ, ਉਹ ਚੁਬਾਰੇ 'ਤੇ ਸੁੱਤਾ ਪਿਆ, ਅਤੇ ਅਸੀਂ ਟਾਈਮ ਸਿਰ ਉੱਠ ਕੇ ਨਿਤਨੇਮ ਕੀਤਾ, ਉਹਨੂੰ ਵੀ ਬੁਲਾਇਆ, ਅਤੇ ਅਸੀਂ ਉਹਦੇ ਕੋਲ ਟਾਈਮ ਵੀ ਬੈਠ ਕੇ ਬਤੀਤ ਕੀਤਾ, ਅਤੇ ਅਸੀਂ ਉਹਨੂੰ ਖੁਸ਼ ਵੀ ਕੀਤਾ। ਇੱਥੋਂ ਤੱਕ ਅਖੀਰ ਤੱਕ ਅਸੀਂ ਉਹਨੂੰ ਸਟੇਸ਼ਨ 'ਤੇ ਚੜ੍ਹਾਉਣ ਵੀ ਗਏ ਜਾਂ ਬੱਸ ਪਕੜਾਉਣ ਗਏ। ਅਤੇ ਪਰ ਸੱਚੇ ਪਾਤਸ਼ਾਹ ਦੇ ਘਰ ਵਿੱਚ ਜੇ ਪ੍ਰਕਾਸ਼ ਨਹੀਂ ਵੀ ਹੈ, ਵੈਸੇ ਤਾਂ ਬਹੁਤਿਆਂ ਘਰਾਂ ਵਿੱਚ ਪ੍ਰਕਾਸ਼ ਹੈਗਾ, ਲੋਕਾਂ ਨੇ ਗੁਰੂ ਪਿਆਰਿਆਂ ਨੇ ਆਪਣੇ ਘਰਾਂ ਵਿੱਚ ਪ੍ਰਕਾਸ਼ ਰੱਖੇ ਹੋਏ, ਸੱਚੇ ਪਾਤਸ਼ਾਹ ਦੇ ਸਰੂਪ ਰੱਖੇ ਹੋਏ ਆ। ਸੋ ਉਹ ਵੀ ਸਾਨੂੰ ਉਡੀਕਦੇ ਹੈ। ਜੇ ਹਾਜ਼ਰ ਨਾਜ਼ਰ ਗੁਰੂ ਹੈ, ਜੇ ਜਾਗਤ ਜੋਤ ਗੁਰੂ ਹੈ, ਅਤੇ ਸਾਨੂੰ ਉਹਨੂੰ ਅਸੀਂ ਇਨਸਾਨ ਨਾਲੋਂ ਉਹਦੀ ਜਿਹੜੀ ਸੰਗਤ ਹੈ ਵੱਧ ਕਰਨੀ ਚਾਹੀਦੀ ਹੈ। ਉਹਦੇ ਕੋਲ ਸਮੇਂ ਸਿਰ ਜਾ ਕੇ ਪ੍ਰਕਾਸ਼ ਕਰਨਾ, ਉਹਦੇ ਕੋਲ ਬੈਠ ਕੇ ਨਿਤਨੇਮ ਕਰਨਾ, ਉਹਦੇ ਕੋਲ ਬੈਠ ਕੇ ਕੀਰਤਨ ਕਰਨਾ, ਆਪਣੀ ਮਨ ਦੀ ਅਵਸਥਾ ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ, ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ, ਸਾਧ ਜਨਾ ਕੈ ਸੰਗ ਭੌਜਲ ਵਿਖਮ ਤਰ, ਸੇਵਹੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ, ਖਿਲ ਮੈਂ ਕਰੇ ਨਿਹਾਲ ਊਣੇ ਸੋ ਪਰ ਭਰ, ਮਨ ਕਹੋ ਸੰਤੋਖ ਧਿਆਈਐ ਸਦਾ ਹਰ, ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ। ਸੋ ਇਸ ਕਰਕੇ ਅਸੀਂ ਦਾਸ ਨੇ ਤਾਂ ਆਪਣੇ ਜੀਵਨ ਦੀਆਂ ਨਿੱਜੀ ਘਟਨਾਵਾਂ ਤੋਂ ਬਹੁਤ ਕੁਝ ਸਿੱਖਿਆ ਹੈ। ਅਸੀਂ ਆਮ ਦੁਨੀਆ ਦੇ ਸਾਰੇ ਕੰਮਾਂ ਵਿੱਚ ਬਹੁਤ ਪਹਿਲ ਦਿੰਦੇ ਹਾਂ, ਤਰਜੀਹ ਦਿੰਦੇ ਹਾਂ, ਟਾਈਮ ਦੀ, ਪੈਸੇ ਦੀ, ਮਿੱਤਰਤਾ ਦੀ, ਪਰ ਜਿੰਨੇ ਵੀ ਸਾਡੇ ਸਾਰੇ ਬਹਾਨੇ ਹੁੰਦੇ ਹੈ ਉਹ ਅਸੀਂ ਗੁਰੂ ਦੇ ਟਾਈਮ ਦੇ ਵਿੱਚ ਐਡ ਕਰ ਦਿੰਦੇ ਹਾਂ। ਸਮੇਂ ਸਿਰ ਅੰਮ੍ਰਿਤ ਵੇਲਾ ਨਹੀਂ ਹੋ ਸਕਿਆ, ਨਿਤਨੇਮ ਨਹੀਂ ਹੋ ਸਕਿਆ। ਸੋ ਮੈਂ ਆਪਣੇ ਟੌਪਿਕ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੋਇਆ ਟੌਪਿਕ 'ਤੇ ਆਵਾਂ। ਦੋਸਤੀ ਤਾਂ ਜੀ ਤਾਂ ਹੀ ਨਿਭਣੀ ਹੈ ਜੇ ਦੋਨਾਂ ਸੱਜਣਾਂ ਦੇ ਵਿਚਾਰ ਮਿਲਦੇ ਹੋਣ, ਸੰਸਕਾਰ ਮਿਲਦੇ ਹੋਣ, ਅਤੇ ਦੋਨਾਂ ਦੇ ਗੁਣ ਔਗਣ ਜਿਹੜੇ ਆ ਉਹਨਾਂ ਨੂੰ ਅਸੀਂ ਜੇ ਚਿਤਾਰਨਾ ਵੀ ਹੈ ਤਾਂ ਪਿਆਰ ਨਾਲ ਚਿਤਾਰਿਆ ਜਾਵੇ। ਸੋ ਸੱਚੇ ਪਾਤਸ਼ਾਹ ਨੂੰ ਜੇ ਅਸੀਂ ਸੱਜਣ ਬਣਾਉਣਾ ਹੈ, ਸਭ ਤੋਂ ਵੱਡਾ ਸਾਡਾ ਸੱਜਣ ਮਿੱਤਰ ਉਹੀ ਹੈ। ਜੇ ਤੂੰ ਮਿੱਤਰ ਅਸਾਰੜਾ ਇੱਕ ਭੋਰੀ ਨਾ ਵਿਛੋੜ, ਜਿਉ ਮਹਿੰਜਾ ਤਾਂ ਮੋਇਆ ਕਦ ਪੱਸੀ ਜਾਨੀ ਤੋਏ। ਸੋ ਸੱਜਣ, ਮਿੱਤਰ, ਸਾਜਨ, ਇਹ ਸਾਰਾ ਕੁਛ ਇਸ ਅਲੰਕਾਰ ਬਾਣੀ 'ਚ ਮਿਲਦੇ ਹੈ। ਅਸੀਂ ਉਹਨੂੰ ਹੀ ਮਿੱਤਰ ਬਣਾਈਏ ਅਤੇ ਉਹਦੇ ਨਾਲ ਹੀ ਸਾਂਝ ਪਾਈਏ, ਅਤੇ ਉਹ ਸਾਂਝ ਤਾਂ ਨਿਭਦੀ ਹੈ ਜੋ ਗੁਰੂ ਸਾਨੂੰ ਕਹਿੰਦਾ ਹੈ ਅਸੀਂ ਉਹਨੂੰ ਕਰੀ ਜਾਈਏ, ਅਤੇ ਆਪਣੀਆਂ ਜਿਹੜੀਆਂ ਡਿਮਾਂਡਸ ਹੈਗੀਆਂ, ਆਪਣੀਆਂ ਜਿਹੜੀਆਂ ਮੰਗਾਂ, ਚਿੰਤਾ, ਫਿਕਰ ਹੈਗਾ, ਉਹ ਸਾਰਾ ਉਹ 'ਤੇ ਛੱਡ ਦਈਏ। ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਡੇ ਕੋਲੋਂ ਉਹਦੇ ਹੋ ਨਹੀਂ ਬਣ ਨਹੀਂ ਹੁੰਦਾ। ਅਸੀਂ ਕਈ ਵਾਰੀ ਕਰਮ ਕਾਂਢੀ ਬਣ ਜਾਂਦੇ ਹਾਂ, ਮਜਬੂਰੀ ਬਸ ਹੋ ਕੇ ਅਸੀਂ ਇਸ ਚੀਜ਼ ਦੇ ਰਸਤੇ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਦਾਸ ਨੇ ਤਾਂ ਇਹੀ ਸਿੱਖਿਆ ਹੈ ਕਿ ਸੱਚੇ ਪਾਤਸ਼ਾਹ ਅੱਗੇ ਜੇ ਕੋਈ ਗੱਲਬਾਤ ਹੁੰਦੀ ਵੀ ਹੈ ਤਾਂ ਅਰਦਾਸ ਕਰੀਏ। ਦੋਸਤੀ ਨੂੰ ਦੁਬਾਰਾ ਜੋੜਨ ਵਾਸਤੇ ਵੀ ਅਰਦਾਸ ਸਭ ਤੋਂ ਵੱਡਾ ਤਰੀਕਾ ਹੈ। ਸੱਚੇ ਪਾਤਸ਼ਾਹ ਦੇ ਕੋਲ ਢਹਿ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮੇਰੇ ਕੋਲ ਕਿਹੜੀ ਕੋਈ ਗਲਤੀ ਹੋ ਗਈ ਹੈ, ਗੁਨਾਹ ਹੋ ਗਿਆ ਹੈ, ਤੂੰ ਬਖਸ਼ ਦੇ। ਇੱਕ ਮੇਰੇ ਦੋਸਤ ਦੀ ਮੈਨੂੰ ਥੋੜ੍ਹੀ ਜਿਹੀ ਘਟਨਾ ਯਾਦ ਆਈ ਹੈ। ਉਹਦਾ ਬੇਟਾ ਸੰਗਤ ਵਿੱਚ ਪੈ ਜਾਂਦਾ ਹੈ, ਅਤੇ ਉਹ ਗੁਰੂ ਪਿਆਰਾ ਕੀਰਤਨੀਆ ਸੀਗਾ, ਅਤੇ ਉਹਦੀ
ਜਦੋਂ ਉਹਨੇ ਕੀਰਤਨ ਕਰਨ ਲੱਗਣਾ ਤਾਂ ਸਾਹਮਣੇ ਉਹ ਪਿਕਚਰ ਆਪਣੇ ਪੁੱਤਰ ਦੀ ਬਣ ਜਾਂਦੀ ਸੀ ਅਤੇ ਉਹਦੀ ਅਵਸਥਾ ਜਿਹੜੀ ਸੀ ਉਹ ਕੀਰਤਨ ਦੇ ਵਿੱਚ ਵੀ ਉਹ ਵਿਘਨ ਪੈਂਦਾ ਸੀਗਾ ਅਤੇ ਬੜਾ ਬੈਰਾਗੀ ਹੋ ਜਾਂਦਾ ਸੀ ਉਹ। ਅਤੇ ਉਹਨੇ ਇਸ ਦੇ ਗੁਰਸਿੱਖਾਂ ਵਿੱਚ ਆਪਣਾ ਦੁੱਖ ਦੱਸਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਅਤੇ ਉਹਨਾਂ ਰੰਗੀਆਂ ਹੋਈਆਂ ਰੂਹਾਂ ਨੇ ਉਹਦਾ ਇਲਾਜ ਇਹ ਦੱਸਿਆ ਕਿ ਪੁੱਤਰ ਨੂੰ ਡਾਂਟਣ ਕਹਿਣ ਦੀ ਬਜਾਏ ਤੁਸੀਂ ਜਿਹੜਾ ਨਿਤਨੇਮ ਕਰਦੇ ਹੋ ਇੱਕ ਨਿਤਨ ਉਹਦੇ ਨਾਂ ਦਾ ਵੀ ਵੱਖਰਾ ਕਰਿਆ ਕਰੋ, ਅਤੇ ਜਿਹੜੀ ਅਰਦਾਸ ਕਰਦੇ ਹੋ ਉਹਦੇ ਵਿੱਚ ਉਹਦੇ ਨਾਂ ਦੀ ਵੀ ਅਰਦਾਸ ਕਰਿਆ ਕਰੋ, ਅਤੇ ਸੱਚੇ ਪਾਤਸ਼ਾਹ ਆਪੇ ਕਿਰਪਾ ਕਰਨਗੇ। ਔਰ ਇਸ ਮੈਥਡ ਨਾਲ ਉਹ ਜਿਹੜਾ ਸੰਗਤ ਵਿੱਚ ਪਿਆ ਹੋਇਆ ਬੇਟਾ ਸੀ ਉਹ ਵਾਪਸ ਮੁੜ ਆਇਆ। ਸੋ ਇਹ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਹੈਗੀ ਆ, ਰਮਜ ਦੀ ਗੱਲ ਹੈਗੀ ਆ, ਸਮਝਣ ਦੀ ਗੱਲ ਹੈਗੀ ਆ। ਸੋ ਮੈਂ ਬਹੁਤਾ ਲੰਬਾ ਨਾ ਜਾਂਦਾ ਹੋਇਆ ਇਹੀ ਬੇਨਤੀ ਕਰੂੰਗਾ ਕਿ ਵੈਸੇ ਤਾਂ ਦੋਸਤੀ ਬਾਣੀ 'ਚ ਆਉਂਦਾ ਸਦੀਵਾਰ ਵਿੱਚ ਕਿਸ ਨਾਲ ਕੀਚੈ, ਮਾਤ ਪਿਤਾ ਭਾਈ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਸੋ ਸੱਚਾ ਮਿੱਤਰ ਤਾਂ ਸਾਡਾ ਸਤਿਗੁਰੂ ਹੀ ਹੈ। ਉਹਨੂੰ ਮਿੱਤਰ ਬਣਾਉਣ ਦੀ ਸਾਨੂੰ ਜਾਚ ਆ ਜਾਏ, ਉਹਨੂੰ ਹਾਜ਼ਰ ਨਾਲ ਜਾਣ ਦੀ ਸਮਝ ਦੀ ਸਾਨੂੰ ਜਾਚ ਆ ਜਾਏ, ਉਹਦੇ ਹੁਕਮ ਦੀ ਸਾਨੂੰ ਪਾਲਣਾ ਕਰਨ ਦੀ ਜਾਚ ਆ ਜਾਏ। ਅਤੇ ਜੇ ਫਰੀਦਾ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਫਿਰ ਸਾਰੇ ਹੀ ਮਿੱਤਰ ਲੱਗਣਾ ਪੈਣਗੇ, ਸਾਰੇ ਮਿੱਤਰ ਬਣ ਜਾਣਗੇ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਸਿਉ ਬਣ ਆਈ, ਹਮ ਕੋ ਬਣ ਆਈ। ਸੋ ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। ਜਦੋਂ ਕਿਸੇ ਵੀ ਪਿਆਰੇ ਦੇ ਨਾਲ ਸਾਡੀ ਦੋਸਤੀ ਹੋਵੇ ਜਾਂ ਉਹਨੂੰ ਆਪਾਂ ਸਮਰਪਣ ਕੀਤਾ ਹੋਵੇ, ਹਾਂ ਨਾਰਾਜ਼ ਹੁੰਦੇ ਨੇ ਜੀ, ਵਸ਼ ਨਾਰਾਜ਼ ਹੁੰਦੇ ਨੇ, ਉਹਦੀ ਸਜ਼ਾ ਵੀ ਦਿੰਦੇ ਨੇ। ਹਾਂ ਹਾਂਜੀ, ਦੇਖੋ ਇੱਕ ਹੁੰਦਾ ਝਿੜਕਣਾ ਜਾਂ ਇੱਕ ਹੁੰਦਾ ਨਾਰਾਜ਼ ਹੋਣਾ, ਨਾਰਾਜ਼ ਰੋਸਾ। ਜਿਵੇਂ ਤੀਵੀਂ ਆਦਮੀ ਨਹੀਂ ਰੁੱਸ ਜਾਂਦੇ, ਦੋਸਤ ਨਹੀਂ ਰੁੱਸ ਜਾਂਦੇ, ਮੁੜ ਕੇ ਬੋਲਦੇ ਨਹੀਂ। ਮਤਲਬ ਇੱਕ ਰੁੱਸਣਾ ਹੁੰਦਾ, ਰੁੱਸੇ ਨੂੰ ਅਸੀਂ ਮਨਾਉਂਦੇ ਵੀ ਹਾਂ। ਉਹ ਸਤਿਗੁਰੂ ਨੂੰ ਕਿਵੇਂ ਮਨਾਉਣਾ? ਵੀ ਜੇ ਸਾਨੂੰ ਪਤਾ ਵੀ ਸਾਡੀ ਅਰਦਾਸ ਦੇ ਜਿਹੜੀ ਮੈਂ ਬਾਰ-ਬਾਰ ਅਰਦਾਸ ਬੇਨਤੀ ਕਰ ਰਿਹਾ ਉਹ ਕੰਮ ਪੂਰਾ ਨਹੀਂ ਹੋ ਰਿਹਾ, ਇਟ ਮੀਨਸ ਸਾਡੇ ਵਿੱਚ ਕੋਈ ਕਮੀ ਹੈ, ਇਟ ਮੀਨਸ ਸੱਚੇ ਪਾਤਸ਼ਾਹ ਦੇ ਅਸੀਂ ਹੁਕਮ ਪਾਲਣਾ ਵਿੱਚ ਕੋਈ ਅਸੀਂ ਕੁਤਾਹੀ ਕਰ ਰਹੇ ਹਾਂ। ਵੈਸੇ ਵੀ ਸਤਿਗੁਰੂ ਨਾਲ ਅਸੀਂ ਜ਼ਿੰਦਗੀ ਸੀਸ ਭੇਟਾ ਕਰਕੇ ਜ਼ਿੰਦਗੀ ਭਰ ਦਾ ਐਗਰੀਮੈਂਟ ਕੀਤਾ ਵੀ ਜੋ ਤੂੰ ਸਾਨੂੰ ਕਹੇਂਗਾ ਉਹ ਅਸੀਂ ਕਰਾਂਗੇ। ਅਤੇ ਜੇ ਤੁਸੀਂ ਮੈਂ ਹੁਣ ਸ਼ਲੋਕ ਪੜ੍ਹਿਆ ਸੀ ਫਰੀਦਾ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ, ਇਹ ਸਤਿਗੁਰੂ ਹੀ ਕਹਿ ਰਹੇ ਨਾ, ਸਭ ਜਗ ਤੇਰਾ ਹੋਏ। ਸੋ ਇਸ ਕਰਕੇ ਮੁੱਖ ਇੱਕ ਕਵੀ ਸੁਥਰਾ ਹੋਇਆ ਔਰ ਉਹ ਸੰਗਤ ਵਿੱਚ ਜਾਂਦਾ ਸੀ ਅਤੇ ਸੰਗਤ 'ਚ ਬਹਿ ਕੇ ਵਿਚਾਰ ਸੁਣਦਾ, ਬਾਣੀ ਸੁਣਦਾ ਹੁੰਦਾ ਸੀ। ਅਤੇ ਕੁਛ ਸਮਾਂ ਜਾਂਦਾ ਰਿਹਾ, ਉਸ ਤੋਂ ਬਾਅਦ ਉਹ ਸੁਥਰਾ ਕਵੀ ਸੰਗਤ ਦੇ ਪਿੱਛੇ ਆ ਕੇ ਬੈਠ ਕੇ ਸਤਿਗੁਰੂ ਵੱਲ ਨੂੰ ਪਿੱਠ ਕਰਕੇ ਬਹਿ ਜਾਂਦਾ ਸੀ। ਹੁਣ ਸਾਡੇ ਵਰਗਿਆਂ ਨੇ ਬੇਸਮਝਾਂ ਨੇ ਉਹਨੂੰ ਪੁੱਛਿਆ ਵੀ ਇਹ ਤੂੰ ਗੁਰੂ ਵੱਲ ਪਿੱਠ ਕਾਹਦੀ ਕੀਤੀ ਹੋਈ ਹੈ? ਅਤੇ ਉਹ ਸੁਥਰੇ ਨੇ ਜਵਾਬ ਦਿੱਤਾ ਹੈ ਵੀ ਸੱਚੇ ਪਾਤਸ਼ਾਹ ਮੇਰੇ ਮੂੰਹ 'ਤੇ ਰੋਜ਼ ਚਪੇੜਾਂ ਮਾਰਦੇ ਆ, ਮੈਨੂੰ ਅਕਲ ਦਿੰਦੇ ਆ, ਅਤੇ ਇਹ ਮਨ ਜਿਹੜਾ ਉਹ ਅਕਲ ਨੂੰ ਸਮਝਦਾ ਨਹੀਂ, ਉਹਨੂੰ ਅਪਣਾਉਂਦਾ ਨਹੀਂ, ਉਸ ਹੁਕਮ ਨੂੰ ਮੰਨਦਾ ਨਹੀਂ। ਅਤੇ ਮੇਰੇ ਕੋਲ ਹੁਣ ਚਪੇੜਾਂ ਮੂੰਹ 'ਤੇ ਨਹੀਂ ਖਾ ਆਉਂਦੀਆਂ, ਮੈਂ ਪਿੱਠ ਕਰਤੀ ਤਾਂ ਵੀ ਬਈ ਪਿੱਠ 'ਤੇ ਸੱਚੇ ਪਾਤਸ਼ਾਹ ਮਾਰ ਜਿਹੜੇ ਗੱਲ ਤਾਂ ਸਮਝਦੀ ਹੈ ਨਾ। ਸਾਈਕੋਲੋਜੀਕਲੀ ਅਸੀਂ ਆਪਣੀ ਬ੍ਰੇਨ ਨੂੰ ਜਦੋਂ ਅਸੀਂ ਅੰਦਰੋਂ ਡੂੰਘਾਈ ਵਿੱਚ ਜਾਵਾਂਗੇ ਤਾਂ ਸਾਨੂੰ ਸਤਿਗੁਰੂ ਅੰਗ ਸੰਗ ਇੱਥੇ ਵੀ ਹੈਗੇ, ਸਾਡੇ ਵਿੱਚ ਹੈਗੇ ਆ। ਮਹਿਸੂਸ ਕਰਨ ਦੀ ਗੱਲ, ਬਾਣੀ ਦੇ ਵਿੱਚ ਜੋ ਵੀ ਲਿਖਿਆ ਹੈ, ਪਰਮਾਤਮਾ ਦੀ ਜੋ ਵੀ ਕਰਾਮਾਤ ਹੈ ਉਹਨੂੰ ਅਸੀਂ ਮਹਿਸੂਸ ਕਰਨਾ ਹੈ। ਜੇ ਰੱਬ ਹੁਣ ਸਾਹਮਣੇ ਦਿਖਦਾ ਹੁੰਦਾ ਤਾਂ ਲੋਕਾਂ ਨੂੰ ਉਹਨੂੰ ਮੁੱਲ ਲੈ ਕੇ ਘਰੇ ਲੈ ਜਾਣਾ ਸੀ।
ਇਹ ਤਾਂ ਮਹਿਸੂਸ ਕਰਨ ਦੀ ਗੱਲ ਹੈ। ਕੁਛ ਚੀਜ਼ਾਂ ਮਹਿਸੂਸ ਕੀਤੀਆਂ ਜਾਂਦੀਆਂ ਨੇ, ਜਿਵੇਂ ਦੁੱਖ ਹੈ, ਪੀੜ ਹੈ, ਕਿੰਨੇ ਕੋਈ ਕਿਸੇ ਨੂੰ ਥੱਪੜ ਮਾਰਦਾ, ਉਹ ਕਹਿੰਦਾ ਮੈਨੂੰ ਬੜੀ ਪੀੜ ਹੋਈ ਆ, ਉਹ ਕਿੰਨੇ ਕਿਲੋ ਹੋਈ ਆ, ਉਹਦਾ ਕਿੰਨੇ ਮੀਟਰ ਹੋਈ ਆ, ਉਹਦਾ ਤਾਂ ਕੋਈ ਨਾਪ ਪਾਣਾ ਨਹੀਂ ਹੁੰਦਾ, ਜਿਹਦੇ ਲੱਗੀ ਉਹਨੂੰ ਪਤਾ ਹੁੰਦਾ ਨਾ। ਸੋ ਇਸ ਕਰਕੇ ਸਤਿਗੁਰੂ ਨਾਲ ਜੇ ਸਾਡਾ ਕੰਪਰੋਮਾਈਜ਼ ਹੈ, ਐਗਰੀਮੈਂਟ ਹੈ, ਉਹਦੇ ਵਿੱਚ ਸਾਨੂੰ ਪੂਰੇ ਰਹਿਣਾ ਚਾਹੀਦਾ। ਨਹੀਂ ਤਾਂ ਇਹ ਸਮਝਣਾ ਚਾਹੀਦਾ ਵੀ ਉਹ ਨਾਰਾਜ਼ ਹੋ ਸਕਦੇ ਆ। ਜੇ ਦੁਨਿਆਵੀ ਬੰਦਾ ਘਰ ਵਿੱਚ ਪ੍ਰਾਹੁਣਾ ਆਇਆ, ਉਹਨੂੰ ਪੂਰਾ ਟਾਈਮ ਨਹੀਂ ਦਿੰਦੇ, ਪੂਰਾ ਉਹਦੀ ਸੇਵਾ ਟਹਿਲ ਸੇਵਾ ਨਹੀਂ ਕਰਦੇ, ਜੇ ਸਾਨੂੰ ਪਤਾ ਵੀ ਅਸੀਂ ਘਰੋਂ ਬਾਹਰ ਚਲੇ ਗਏ, ਉਹ ਘਰ ਇਕੱਲਾ ਬੈਠਾ, ਉਹ ਨਾਰਾਜ਼ ਹੋ ਜਾਏਗਾ, ਗੁੱਸੇ ਹੋ ਜਾਏਗਾ, ਉਹਦੇ ਵਿੱਚ ਤਾਂ ਪ੍ਰਭੂ ਪਰਮਾਤਮਾ ਹੀ ਵਸਦਾ ਨਾ। ਜੇ ਉਹਦੀ ਸਾਨੂੰ ਨਹੀਂ ਚਿੰਤਾ, ਸਤਿਗੁਰ ਦੀ ਕਿਉਂ ਨਹੀਂ ਚਿੰਤਾ ਵੀ? जब लग खालसा रहे न्यारा, तब लग तेज दियो मैं सारा। जब बे गह विपरन की रीत, मैं ना करूँ इनकी। कबीर साचा सतगुर क्या करे, जो सिखा मैं चूक। हाँ जी, कहो नानक ढै पैया द्वारै, हर मेले हो वड्याई। अपनियां सारियां सियाणपां चतराइयां छड्ड के ना, ਜਦੋਂ ਵੈਸੇ ਅਸੀਂ ਅੰਮ੍ਰਿਤ ਛਕਦੇ ਹਾਂ ਨਾ, ਅਸੀਂ ਸੀਸ ਭੇਟਾ ਕਰਦੇ ਹਾਂ। ਜਦੋਂ ਸੀਸ ਭੇਟਾ ਕਰਦੀ ਹੈ ਵੀ ਸਾਡੀ ਆਪਣੀ ਸਾਰੀ ਸਿਆਣਪ ਸੋਚ ਜਿਹੜੀ ਆ, ਸਾਡੀ ਮੱਤ ਜਿਹੜੀ ਆ, ਗੁਰੂ ਆਪ ਲੈ ਲੈਂਦਾ ਆ, ਅਤੇ ਸਾਨੂੰ ਗੁਰੂ ਦੀ ਮੱਤ ਮਿਲ ਜਾਂਦੀ ਹੈ। ਅਸੀਂ ਹਰ ਕੰਮ ਗੁਰੂ ਦੀ ਮੱਤ ਅਨੁਸਾਰ ਕਰਨਾ ਹੁੰਦਾ। ਜੋ ਵੀ ਅਸੀਂ ਘਰੋਂ ਤੁਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਨਮ ਤੋਂ ਲੈ ਕੇ ਮਰਨ ਤੱਕ, ਇਹ ਦੇਖਣਾ ਵੀ ਗੁਰੂ ਸਾਨੂੰ ਕਹਿੰਦਾ ਕੀ ਹੈ। ਸਾਡੇ ਅੰਗ ਸੰਗ ਹੈ, ਸਦ ਸੁਣਦਾ ਸਦ ਵੇਖਦਾ। ਇਹੀ ਤਾਂ ਫਰਕ ਹੈ ਵੀ ਅਸੀਂ ਉਹਨੂੰ ਹਾਜ਼ਰ ਨਾਲ ਸਮਝੀ ਸਾਡੀ ਉੱਧਰਲੀ ਸੋਚ ਬਣਦੀ ਹੀ ਨਹੀਂ ਹੈਗੀ। ਇੱਕ ਪਾਠੀ ਪਾਠ ਕਰਦਾ ਹੈ, ਠੀਕ ਹੈ, ਇਕੱਲਾ ਪਾਠ ਕਰਦਾ ਹੈ, ਉਹਦੇ ਪਾਠ ਕਰਨ ਦਾ ਜਿਹੜਾ ਸਟਾਈਲ ਹੋਰ ਹੁੰਦਾ ਹੈ। ਜਦੋਂ ਇੱਕ ਬੱਚਾ ਵੀ ਬਾਹਰੋਂ ਦਰਵਾਜ਼ਾ ਖੜਕਾ ਕੇ ਅੰਦਰ ਆਉਂਦਾ ਤਾਂ ਉਹ ਪਾਠੀ ਸਾਵਧਾਨ ਹੋ ਜਾਂਦਾ ਹੈ। ਜਦੋਂ ਇੱਕ ਪ੍ਰਾਣੀ ਵੀ ਬੈਠਾ ਸੁਣਨ ਵਾਲਾ, ਤਾਂ ਉਹਦੇ ਪਾਠ ਕਰਨ ਦਾ ਸਟਾਈਲ ਹੋਰ ਹੁੰਦਾ ਹੈ। ਪਰ ਸਾਡੀ ਦੁਨਿਆਵੀ ਸੋਚ ਜਿਹੜੀ ਹੈ ਨਾ, ਇਹ ਸਾਡੇ 'ਤੇ ਬਹੁਤ ਹਾਵੀ ਹੋ ਜਾਂਦੀ ਹੈ, ਅਤੇ ਉਹਦੇ ਵਿੱਚ ਅੰਦਰ ਹੈਗਾ ਨਾ, ਸਤਿਗੁਰ ਬੋਹਿਤ ਨਾਮ ਹੈ, ਕਿਤ ਬਲ ਚੜ੍ਹਿਆ ਜਾਏ। ਸਤਿਗੁਰ ਕਹੇ ਭਾਣੇ ਜੋ ਚੱਲੇ, ਵਿੱਚ ਬੋਹਿਤ ਬੈਠਾ ਆਏ। ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ। ਸੋ ਇਹ ਵਿੱਚ ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿਨ ਮਾਤ ਕੀ ਜ਼ਹਿਰ ਬਾਂਝਾ। ਤਿਨ ਸੁਣੀ ਦੇ ਫਿਰ ਬਿਨ ਨਾਮ ਹੈ, ਉਹ ਖੱਪ ਖੱਪ ਮੂਏ ਕਰਾਂਝਾ। ਇਹ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਝਿੜਕਦੇ ਹੀ ਹੈ ਨਾ। ਸਤਿਗੁਰ ਦੀ ਜਿਹੜੀ ਆਵਾਜ਼ ਹੈ, ਜਾਂ ਸਤਿਗੁਰ ਦੀ ਜਿਹੜੀ ਲਾਠੀ ਹੈ, ਉਹਦੀ ਕੋਈ ਆਵਾਜ਼ ਨਹੀਂ ਹੈਗੀ। ਜਦੋਂ ਅਸੀਂ ਅਖੀਰ ਦੇ ਉੱਤੇ ਕਹਿੰਦੇ ਹਾਂ, ਅਸੀਂ ਆ ਇਕੱਲਾ ਬੈਠਾ ਬੰਦਾ ਸੋਚਦਾ ਵੀ ਮੇਰੇ ਕੋਲ ਕੋਈ ਭੁੱਲ ਹੋ ਗਈ ਆ, ਮੇਰੇ ਕੋਲ ਕੋਈ ਗਲਤੀ ਹੋ ਗਈ ਆ, ਸ਼ਾਇਦ ਮੈਨੂੰ ਉਹਦੀ ਸਜ਼ਾ ਮਿਲੀ ਹੈ। ਜੋ ਸਵੈ ਪੜਚੋਲ ਆਪਾਂ ਕਰਦੇ ਹਾਂ, ਕੋਈ ਬੰਦਾ ਇਕੱਲਾ ਬੈਠਾ ਹੁੰਦਾ। ਸੋ ਇਸ ਕਰਕੇ ਸਤਿਗੁਰ ਇਹ ਜੋ ਸਾਡੇ ਵਿੱਚ ਹੀ ਵਰਤਦਾ ਹੈ। ਸਤਿਗੁਰ ਦਾ ਸੁਭਾਅ ਵੀ ਜੋ ਸਾਨੂੰ ਮਿਲਿਆ ਹੈ, ਜੋ ਗੁਰਸਿੱਖ ਅਤੇ ਸਤਿਗੁਰ ਦੇ ਵਿੱਚ ਫਰਕ ਹੀ ਕੋਈ ਨਹੀਂ ਹੈ। ਇਸ ਕਰਕੇ ਸਾਨੂੰ ਉਵੇਂ ਹੀ ਉਹਨੂੰ ਸਮਝਣਾ ਚਾਹੀਦਾ ਵੀ ਉਹ ਹਾਜ਼ਰ ਨਾਜ਼ਰ ਹੈ। ਉਹ ਨਾਰਾਜ਼ ਵੀ ਹੋਏਗਾ, ਗੁੱਸੇ ਵੀ ਹੋਏਗਾ। ਇੱਕ ਭਾਵ ਹੁੰਦਾ ਆ ਪੋਜ਼ੀਟਿਵ ਡਰ, ਸਤਿਗੁਰ ਦਾ ਨਿਰਮਲ ਭਾਵ ਰੱਖਣਾ ਵੀ ਸੱਚੇ ਪਾਤਸ਼ਾਹ ਕੀ ਕਹਿਣਗੇ, ਵੀ ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ, ਸੱਚੇ ਪਾਤਸ਼ਾਹ ਕੀ ਕਹਿਣਗੇ, ਇਹਦਾ ਪਹਿਰਾ ਕਿੱਦਾਂ ਦਾ, ਇਹਦੀ ਕਿਰਤ ਕਮਾਈ ਕਿੱਦਾਂ ਦੀ ਹੈ, ਇਹ ਬਚਨ ਬੋਲਦਾ ਕਿਵੇਂ ਹੈ, ਇਹ ਸੰਗਤ ਨਹੀਂ ਕਰਦਾ, ਇਹ ਸੇਵਾ ਨਹੀਂ ਕਰਦਾ, ਇਹ ਸਿਮਰਨ ਨਹੀਂ ਕਰਦਾ। ਇਹ ਸਾਨੂੰ ਨਿਰਮਲ ਭਾਵ ਰੱਖਣਾ ਚਾਹੀਦਾ ਹੈ, ਤਾਂ ਗੱਲ ਬਣ ਗਈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।